ਪਿੱਛੇ ਗੱਲ ਰਹਿ ਗਈ ਸੀ ਲੁਧਿਆਣੇ ਦੇ ਵਿੱਚ ਕਿਹੜੇ ਕੰਮ ਕੀਤੇ, ਕਦੋਂ ਤੱਕ ਕੰਮ ਕੀਤਾ, ਉਹਦੇ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ। ਦੇਖੋ ਜੀ, ਮੈਂ 18 ਅਪ੍ਰੈਲ 1980 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਆਪਣੀ ਰਿਸਰਚ ਐਸੋਸੀਏਟ ਦੀ ਜੌਬ ਛੱਡ ਕੇ ਤੇ 18 ਅਪ੍ਰੈਲ 1980 ਨੂੰ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਬਤੌਰ ਲੈਂਡਸਕੇਪ ਅਫਸਰ ਨੌਕਰੀ ਸ਼ੁਰੂ ਕੀਤੀ ਸੀਗੀ। ਤੇ ਇਸ ਦੇ ਵਿਚਾਲੇ 1987 ਦੇ ਵਿੱਚ ਮੈਂ PhD ਸ਼ੁਰੂ ਕੀਤੀ। 1992 ਦੇ ਵਿੱਚ ਮੈਨੂੰ PhD ਦੀ ਡਿਗਰੀ ਮਿਲ ਗਈ ਸੀ। ਤੇ 12 ਅਪ੍ਰੈਲ 1999 ਨੂੰ ਮੇਰੀ ਤਰੱਕੀ ਬਤੌਰ ਕਾਰਜਕਾਰੀ ਇੰਜੀਨੀਅਰ ਹਾਰਟੀਕਲਚਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਹੋ ਗਈ ਸੀ। ਤੇ ਮੈਂ 15 ਅਪ੍ਰੈਲ 1999 ਨੂੰ ਜਾ ਕੇ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਕਾਰਜਕਾਰੀ ਇੰਜੀਨੀਅਰ ਬਾਗਬਾਨੀ ਦੀ ਜ਼ਿੰਮੇਵਾਰੀ ਸੰਭਾਲੀ ਸੀ। ਤੇ ਜਦੋਂ ਮੈਂ ਗਿਆ ਤਾਂ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਕਮਿਸ਼ਨਰ ਡਾਕਟਰ ਸੁਖਬੀਰ ਸਿੰਘ ਜੀ ਸੰਧੂ ਸਨ। ਉਹ ਆਪਣੀ ਕੰਮ ਕਰਨ ਦੀ ਨੀਤ ਅਤੇ ਨੀਤੀ ਦੋਨਾਂ ਲਈ ਬੜੇ ਚੰਗੀ ਤਰ੍ਹਾਂ ਜਾਣੇ ਜਾਂਦੇ ਸਨ। ਔਰ ਜਿਵੇਂ ਸਾਫ਼ ਕਹਾਂ ਤਾਂ ਉਹ ਇਮਾਨਦਾਰੀ ਵੱਲੋਂ ਅਤੇ ਆਪਣੀ ਸਖਤੀ ਵੱਲੋਂ ਬਹੁਤ ਹੀ ਚੰਗੀ ਤਰ੍ਹਾਂ ਸਾਰੇ ਮਹਿਕਮਿਆਂ ਦੇ ਵਿੱਚ ਜਾਣੇ ਜਾਂਦੇ ਸੀ। ਤੇ ਮੈਨੂੰ ਵੀ ਜਦੋਂ ਬਦਲੀ ਮੇਰੀ ਲੁਧਿਆਣੇ ਦੀ ਹੋਈ ਤਾਂ ਕਈ ਲੋਕਾਂ ਨੇ ਕਿਹਾ, ਬਿਲਗਾ ਥੋੜ੍ਹਾ ਬਚ ਕੇ ਚੱਲੀ, ਬਹੁਤ ਸਖਤ ਅਫਸਰ ਹੈ। ਤੇ ਮੈਂ ਮਨ ਦੇ ਵਿੱਚ ਸੋਚਿਆ ਵੀ ਸਖਤੀ ਤਾਂ ਚੰਗੀ ਹੈ, ਪਰ ਸਖਤੀ ਤਾਂ ਹੀ ਹੋਊਗੀ ਜੇ ਕੋਈ ਆਪਾਂ ਗਲਤੀ ਕਰਾਂਗੇ ਤਾਂ। ਤੇ ਜਦੋਂ ਮੈਂ ਲੁਧਿਆਣੇ ਦੇ ਵਿੱਚ ਜਾ ਕੇ ਜੁਆਇਨਿੰਗ ਰਿਪੋਰਟ ਦੇਣੀ ਸੀ ਤੇ ਮੈਂ ਡਾਕਟਰ ਸੰਧੂ ਸਾਹਿਬ ਦੇ ਦਫ਼ਤਰ ਗਿਆ। ਤੇ ਜਦੋਂ ਮੈਂ ਜਾ ਕੇ ਜੁਆਇਨਿੰਗ ਰਿਪੋਰਟ ਵੀ ਉਹਨਾਂ ਦੇ ਸਾਹਮਣੇ ਰੱਖੀ, ਸਤਿ ਸ਼੍ਰੀ ਅਕਾਲ ਕੀਤੀ, ਤੇ ਮੈਨੂੰ ਉਹਨਾਂ ਨੇ ਕਿਹਾ, ਡਾਕਟਰ ਬਿਲਗਾ ਤੁਹਾਡਾ ਕੰਮ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਤਾਂ ਬਹੁਤ ਸੁਣਿਆ, ਪਰ ਹੁਣ ਤੁਸੀਂ ਲੁਧਿਆਣੇ ਦੇ ਵਿੱਚ ਕੀ ਕਰਨਾ ਉਹ ਇੱਥੇ ਦੇਖਾਂਗੇ। ਤੇ ਮੈਂ ਫਿਰ ਕਿਹਾ ਸਰ ਮੈਨੂੰ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੈਗਾ, ਆਪਣੀ ਬਾਗਬਾਨੀ ਦਾ ਤੇ ਜੋ ਡਿਊਟੀ ਹੈ ਉਹੀ ਕੰਮ ਕਰਨਾ ਹੈ। ਤੇ ਉਹਨਾਂ ਨੇ ਫਿਰ ਮੈਨੂੰ ਫਟਾਫਟ ਕਿਹਾ ਵੀ ਲੁਧਿਆਣੇ ਦੇ ਵਿੱਚ ਕਰਨਾ ਕੀ ਹੈ ਆਪਾਂ। ਮੈਂ ਕਿਹਾ ਜੀ ਤੁਸੀਂ ਮੈਨੂੰ 3-4 ਦਿਨ ਦਿਓ, ਮੈਨੂੰ 19 ਸਾਲ ਹੋ ਗਏ ਛੱਡ ਕੇ ਗਏ ਨੂੰ, ਤੇ ਮੈਂ ਕਰੀ ਲੁਧਿਆਣਾ ਪੜ੍ਹ ਲਾਂ, ਮੋਟਾ ਸਰਵੇ ਕਰ ਲਾਂ ਵੀ ਕਿੱਥੇ ਕਿੱਥੇ ਕੀ ਕੁਝ ਹੋ ਸਕਦਾ ਹੈ। ਤੇ ਡਾਕਟਰ ਸੰਧੂ ਸਾਹਿਬ ਨੇ ਮੈਨੂੰ ਕਿਹਾ ਤੁਸੀਂ 1 ਹਫ਼ਤੇ ਦੇ ਬਾਅਦ ਮੇਰੇ ਕੋਲ ਆਓ, ਸਾਰੀ ਪ੍ਰੋਗਰਾਮ ਪਲੈਨਿੰਗ ਕਰਕੇ ਲਿਆਓ ਵੀ ਆਪਾਂ ਕੀ ਕੁਛ ਕਿੱਥੇ ਕਰਨਾ ਹੈ। ਤੇ ਮੈਂ 3-4 ਦਿਨ ਪੂਰੇ ਲੁਧਿਆਣੇ ਸ਼ਹਿਰ ਦੀਆਂ ਸੜਕਾਂ, ਪਾਰਕਾਂ, ਓਪਨ ਸਪੇਸ ਜਿੰਨੀਆਂ ਵੀ ਸੀਗੀਆਂ, ਗ੍ਰੀਨ ਬੈਲਟਾਂ, ਉਹ ਸਾਰੀਆਂ ਚੰਗੀ ਤਰ੍ਹਾਂ ਘੁੰਮੀਆਂ। ਜੋ ਮੈਂ ਆਪਣੀ MSc ਦੇ ਦੌਰਾਨ ਪੜ੍ਹਦਾ ਸੀ, ਜਦੋਂ ਮੈਂ MSc ਲੈਂਡਸਕੇਪਿੰਗ ਫਲੋਰੀਕਲਚਰ ਲੁਧਿਆਣੇ ਕਰਦਾ ਸੀ, ਤੇ ਸਾਨੂੰ ਅਸਾਈਨਮੈਂਟਾਂ ਦੇ ਵਿੱਚ ਵੱਖਰੀਆਂ ਜਗ੍ਹਾ ਦੀ ਲੈਂਡਸਕੇਪਿੰਗ ਕਰਨ ਲਈ, ਉਹਨਾਂ ਦੀ ਖੂਬਸੂਰਤੀ ਵਧਾਉਣ ਲਈ ਪ੍ਰੈਕਟੀਕਲਾਂ ਦੇ ਵਿੱਚ ਵੀ ਔਰ ਥਿਊਰੀ ਦੇ ਵਿੱਚ ਵੀ ਬਹੁਤ ਕੁਝ ਪੜ੍ਹਾਇਆ ਜਾਂਦਾ ਸੀ। ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਿਆ ਜਦੋਂ ਮੈਂ ਲੁਧਿਆਣਾ ਦੇ ਵਿੱਚ ਬਤੌਰ ਕਾਰਜਕਾਰੀ ਇੰਜੀਨੀਅਰ ਬਾਗਬਾਨੀ ਦੀ ਕੁਰਸੀ ਸੰਭਾਲੀ। ਤੇ ਨਾਲ ਮਨ ਦੇ ਵਿੱਚ ਬਹੁਤ ਚਾਅ ਸੀਗਾ ਕਿ ਜਿੱਥੋਂ ਮੈਂ ਡਿਗਰੀ ਲਈ ਹੈ, ਜਿੱਥੋਂ ਮੈਂ ਪ੍ਰੈਕਟੀਕਲ ਦੀਆਂ ਕਲਾਸਾਂ ਲਾਉਂਦਾ ਰਿਹਾ, ਔਰ ਜਿਹੜਾ ਸ਼ਹਿਰ ਲੁਧਿਆਣਾ ਬਹੁਤ ਹੀ ਪੋਲਿਊਸ਼ਨ ਦੇ ਤੌਰ 'ਤੇ ਬੜਾ ਬੁਰੀ ਤਰ੍ਹਾਂ ਜਾਣਿਆ ਜਾਂਦਾ ਵੀ ਉੱਥੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਉੱਥੇ ਸਾਰਾ ਕੰਮ ਕਰੂੰਗਾ। ਤੇ 1999 ਦੇ ਵਿੱਚ ਲੁਧਿਆਣਾ ਇੰਡੀਆ ਦੇ ਵਿੱਚ ਦੂਜੇ ਨੰਬਰ ਦਾ ਹਾਈਐਸਟ ਪੋਲਿਊਟਡ ਸਿਟੀ ਗਿਣਿਆ ਜਾਂਦਾ ਸੀ ਜਦੋਂ ਮੈਂ ਲੁਧਿਆਣੇ ਦਾ ਚਾਰਜ ਸੰਭਾਲਿਆ। ਤੇ ਮੇਰੇ ਸਾਰੇ ਰਿਸ਼ਤੇਦਾਰ, ਚਾਹੇ ਉਹ ਇੰਡੀਆ ਦੇ ਵਿੱਚ ਸੀ ਚਾਹੇ ਬਾਹਰ ਸੀ, ਉਹ ਸਾਰੇ ਇਹੋ ਹੀ ਕਹਿੰਦੇ ਸੀਗੇ, ਕੋਈ ਭਾਜੀ, ਕੋਈ ਅੰਕਲ ਜੀ, ਤੁਸੀਂ ਗੁਰੂ ਕੀ ਨਗਰੀ ਛੱਡ ਕੇ ਲੁਧਿਆਣੇ ਵਿੱਚ ਆ ਗਿਆ ਜਿੱਥੇ ਬਹੁਤ ਜ਼ਿਆਦਾ ਪੋਲਿਊਸ਼ਨ ਹੈ, ਇਹ ਤਾਂ ਬੜਾ ਔਖਾ ਕੰਮ ਹੋਊਗਾ। ਤੇ ਮੇਰਾ ਉਹਨਾਂ ਸਾਰਿਆਂ ਨੂੰ ਕਹਿਣਾ ਇਹੀ ਸੀਗਾ ਵੀ ਭਾਈ ਜੇ ਮੈਨੂੰ ਕੁਦਰਤ ਨੇ ਇਹ ਸੇਵਾ ਬਖਸ਼ੀ ਹੈ ਵੀ ਮੈਂ ਲੁਧਿਆਣੇ ਦੇ ਵਿੱਚ ਹੀ ਆਪਣੀ ਪੜ੍ਹਾਈ ਕੀਤੀ ਸੀ, BSc ਐਗਰੀਕਲਚਰ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ, ਫਿਰ MSc ਲੈਂਡਸਕੇਪਿੰਗ ਫਲੋਰੀਕਲਚਰ ਵੀ PhD ਤੋਂ ਕੀਤੀ। 3 ਸਾਲ ਫਿਰ ਮੈਂ ਉੱਥੇ ਪੜ੍ਹਾਉਂਦਾ ਰਿਹਾ। ਜੋ ਮੇਰਾ ਤਜਰਬਾ ਲੁਧਿਆਣੇ ਦਾ 10 ਸਾਲਾਂ ਦਾ ਹੋਇਆ ਹੋਇਆ ਸੀ, ਚਾਹੇ ਪੜ੍ਹਨ ਦਾ, ਚਾਹੇ ਪੜ੍ਹਾਉਣ ਦਾ, ਚਾਹੇ ਪ੍ਰੈਕਟੀਕਲਾਂ ਦਾ, ਚਾਹੇ ਅਸਾਈਨਮੈਂਟਾਂ ਦਾ, ਵੀ ਮੈਂ ਉਹ ਹੁਣ ਚੰਗੀ ਤਰ੍ਹਾਂ ਆਪਣੇ ਮਨੋਂ ਤਨੋਂ ਲਾ ਕੇ ਕੰਮ ਕਰੂੰਗਾ। ਤੇ ਮੈਂ ਫਿਰ 1 ਹਫ਼ਤੇ ਬਾਅਦ ਜਦੋਂ ਸਾਰੀ ਮੇਰੀ ਤਿਆਰੀ ਹੋ ਗਈ, ਪੇਪਰ ਪਲੈਨਿੰਗ ਬਣ ਗਈ, ਤੇ ਮੈਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਪਹੁੰਚਾ। ਡਾਕਟਰ ਸੁਖਬੀਰ ਸਿੰਘ ਜੀ ਸੰਧੂ ਦੇ ਨਾਲ ਜਾ ਕੇ ਫਿਰ ਮੈਂ ਸਾਰੀ ਗੱਲਬਾਤ ਕੀਤੀ। ਤੇ ਮੈਂ ਕਿਹਾ ਸਰ ਪਹਿਲੇ ਸਾਲ ਅਸੀਂ 52,000 ਬੂਟਾ ਲਾਵਾਂਗੇ, ਜਿਹੜੀਆਂ ਜਗ੍ਹਾ ਬਿਲਕੁਲ ਖਾਲੀ ਪਈਆਂ ਹਨ, ਮੋਟੇ ਤੌਰ 'ਤੇ ਸਾਨੂੰ ਉੱਥੇ ਕੋਈ ਬਹੁਤੀ ਖਰਚ ਜਾਂ ਖੇਚਲ ਕਰਨ ਦੀ ਲੋੜ ਨਹੀਂ ਪੈਣੀ। ਤੇ 62,000 ਅਗਲੇ ਸਾਲ ਬੂਟਾ ਲਾਵਾਂਗੇ ਜਿੱਥੇ ਸਾਨੂੰ 4 ਦੀਵਾਰੀਆਂ ਦੀ ਲੋੜ ਪੈਣੀ ਹੈ, ਜਿੱਥੇ ਸਾਨੂੰ ਪਾਣੀ ਦੀ ਲੋੜ ਪੈਣੀ ਹੈ। ਤੇ ਤੀਸਰੇ ਸਾਲ ਅਸੀਂ 72,000 ਬੂਟਾ ਲਾਵਾਂਗੇ। ਇਸ ਤਰ੍ਹਾਂ 3 ਸਾਲਾਂ ਦੇ ਵਿੱਚ 1,86,000 ਬੂਟੇ ਜਿਹੜੇ ਅਸੀਂ ਲੁਧਿਆਣੇ ਸ਼ਹਿਰ ਦੇ ਹੱਦ ਅੰਦਰ, ਜਿੰਨੀ ਨਗਰ ਨਿਗਮ ਦੀ ਹੱਦ ਹੈ, ਉੱਥੇ ਲਾ ਦਿਆਂਗੇ।
ਤੇ ਇਹਦੇ ਨਾਲ ਜਿਹੜਾ ਲੁਧਿਆਣੇ ਦਾ ਵਾਤਾਵਰਨ ਹੈ ਉਹ ਵੀ ਪੋਲਿਊਸ਼ਨ ਫਰੀ ਹੋ ਜਾਏਗਾ, ਨਾਲੋਂ ਨਾਲ ਸੜਕਾਂ ਦੀ, ਚੌਂਕਾਂ ਦੀ, ਪਾਰਕਾਂ ਦੀ ਜਿਹੜੀ ਖੂਬਸੂਰਤੀ ਹੈਗੀ ਆ ਉਹ ਵੀ ਬਹੁਤ ਜ਼ਿਆਦਾ ਬਣ ਜਾਏਗੀ। ਤੇ ਡਾਕਟਰ ਸੰਧੂ ਸਾਹਿਬ ਦਾ ਮੈਨੂੰ ਇੱਕਦਮ ਰਿਐਕਸ਼ਨ ਇਹ ਸੀਗਾ ਵੀ ਜਿਹੜੇ ਤੁਸੀਂ 3 ਸਾਲ ਦੀ ਪਲੈਨਿੰਗ ਕਰਦੇ ਆ, ਇੱਕੋ ਹੀ ਸਾਲ ਸਭ ਕੁਝ ਕਰੋ, ਜੋ ਤੁਹਾਨੂੰ ਚਾਹੀਦਾ ਉਹ ਲੈ ਲਓ, ਚਾਹੇ ਤੁਸੀਂ ਲੇਬਰ ਲੈਣੀ ਆ, ਮਸ਼ੀਨਰੀ ਲੈਣੀ ਆ, ਜਿੰਨਾ ਖਰਚਾ ਚਾਹੀਦਾ ਉਹ ਕਰੋ। ਤੇ ਮੈਂ ਫਿਰ ਹੱਥ ਜੋੜ ਕੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ, ਮੈਂ ਕਿਹਾ ਸਰ ਅਸੀਂ ਬੂਟੇ ਕੱਲੀ ਜਗ੍ਹਾ 'ਤੇ ਲਾਉਣੇ ਨੇ, ਫਿਰ ਉਹਨਾਂ ਨੂੰ ਬਾਅਦ ਵਿੱਚ ਸੰਭਾਲਣਾ ਵੀ ਆ, ਕੋਈ ਉਹਨਾਂ 'ਚੋਂ ਮਰਨਗੇ ਉਹ ਵੀ ਦੁਬਾਰਾ ਲਾਉਣੇ ਆ, ਉਹਨਾਂ ਦੀ ਗੋਡੀ ਕਰਨੀ ਹੈ, ਪਾਣੀ ਪਾਉਣਾ ਆ। ਇਸ ਕਰਕੇ 52,000 ਬੂਟਾ ਕੋਈ ਘੱਟ ਗਿਣਤੀ ਨਹੀਂ ਹੁੰਦੀ। ਜਦੋਂ 52,000 ਬੂਟਾ ਲੁਧਿਆਣੇ ਸ਼ਹਿਰ ਦੇ ਵਿੱਚ ਲੱਗ ਗਿਆ ਤੇ ਲੋਕਾਂ ਨੂੰ ਬਹੁਤ ਵੱਡਾ ਇੱਕ ਸੰਦੇਸ਼ ਚਲੇ ਜਾਣਾ ਨਗਰ ਨਿਗਮ ਲੁਧਿਆਣਾ ਦਾ ਵੀ ਲੁਧਿਆਣਾ ਨਗਰ ਨਿਗਮ ਸ਼ਹਿਰੀਆਂ ਲਈ ਕੁਝ ਕਰਨ ਲੱਗੀ ਹੈ। ਤੇ ਫਿਰ ਉਹ ਮੇਰੀ ਗੱਲ ਨੂੰ ਮੰਨ ਗਏ ਤੇ ਮੈਨੂੰ ਕਹਿੰਦੇ ਠੀਕ ਆ ਫਿਰ ਤੁਸੀਂ ਫਟਾਫਟ ਸ਼ੁਰੂ ਕਰੋ। ਤੇ ਸ਼ੁਰੂ ਕਦੋਂ ਕਰਨਾ? ਉਦੋਂ ਮਈ ਦਾ ਮਹੀਨਾ ਆ ਗਿਆ ਸੀ। ਮੈਂ ਕਿਹਾ ਜੀ ਅਸੀਂ ਇਹਨੂੰ ਜੁਲਾਈ, ਅਗਸਤ, ਸਤੰਬਰ ਦੇ ਵਿੱਚ ਜਿਹੜਾ 3 ਮਹੀਨਿਆਂ ਦੇ ਵਿੱਚ 52,000 ਬੂਟਾ ਲਾਵਾਂਗੇ। ਤੇ ਜਿਹੜਾ ਮੇਰਾ ਸਟਾਫ ਸੀਗਾ ਉਹਦੇ ਵਿੱਚ 3 ਕੁ ਜੇਈ ਸੀਗੇ ਤੇ 8 ਕੁ ਸੁਪਰਵਾਈਜ਼ਰ ਸੀਗੇ, ਕੁਛ ਹੈੱਡ ਮਾਲੀ ਸੀਗੇ, 440 ਮਾਲੀਆਂ ਦਾ ਸਾਰਾ ਟੋਟਲ ਸਟਾਫ ਸੀਗਾ ਉਸ ਵੇਲੇ। ਤੇ ਕੁਛ ਮੇਰੇ ਜਿਹੜੇ ਜੇਈ ਸੀਗੇ ਉਹ ਕਹਿੰਦੇ ਜੀ 52,000 ਬੂਟਾ ਲਾਉਣਾ ਬਹੁਤ ਵੱਡਾ ਟਾਰਗੇਟ ਹੈ, ਸਾਨੂੰ ਇਹਦੇ ਲਈ ਕਾਫੀ ਕੁਛ ਚਾਹੀਦਾ। ਤੇ ਮੈਂ ਕਿਹਾ ਵੀ ਕੀ ਚਾਹੀਦਾ? ਕਹਿੰਦੇ ਜੀ ਸਾਨੂੰ ਟਰੈਕਟਰ, ਸਾਡੇ ਕੋਲ ਉਸ ਵੇਲੇ 7 ਸੀਗੇ ਤੇ ਕਹਿੰਦੇ 7 ਟਰੈਕਟਰ ਹੋਰ ਆ ਜਾਣ ਤਾਂ ਸਾਡਾ ਕੰਮ ਜਿਹੜਾ ਬਹੁਤ ਵਧੀਆ ਚੱਲ ਪੈਣਾ। ਤੇ ਮੈਂ ਕਿਹਾ ਚਲੋ ਸਵੇਰ ਤੋਂ 7 ਟਰੈਕਟਰ ਤੁਹਾਡੇ ਹੋਰ ਆ ਜਾਣਗੇ, 14 ਟਰੈਕਟਰ ਹੋ ਜਾਣਗੇ ਤੇ ਤੁਸੀਂ ਕੰਮ ਸ਼ੁਰੂ ਕਰੋ। ਤੇ ਉਹਨਾਂ ਦਾ ਇਹ ਸੀਗਾ ਮੁਸ਼ਕਿਲ ਸੀ, ਚਾਹੇ ਕੁਝ ਬਹਾਨੇਬਾਜ਼ੀ ਸੀਗੀ। ਮੈਂ ਕਿਹਾ ਵੀ ਚਲੋ ਸਵੇਰ ਤੋਂ ਆ ਜਾਣੇ ਆ, ਤੁਸੀਂ ਕੰਮ ਸ਼ੁਰੂ ਕਰੋ। ਤੇ ਮੈਨੂੰ ਕਹਿੰਦੇ ਜੀ ਇੱਦਾਂ ਕਿੱਦਾਂ ਹੋ ਜਾਊਗਾ? ਮੈਂ ਕਿਹਾ ਤੁਸੀਂ ਕੰਮ ਸ਼ੁਰੂ ਕਰਨਾ, ਟਰੈਕਟਰ 7 ਚਾਹੀਦੇ, ਮੈਂ ਤੁਹਾਨੂੰ ਚਾਹੇ ਦੂਸਰੇ ਮਹਿਕਮਿਆਂ ਤੋਂ ਲੈ ਕੇ ਦਿਆਂ, ਚਾਹੇ ਕਿਸ ਤਰ੍ਹਾਂ ਵੀ ਕਰਾਂ, ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਾਨੂੰ 7 ਟਰੈਕਟਰ ਦੇਣ। ਤੇ ਮੈਂ ਉਹ ਆਪਣੇ ਜੇਈ ਤੇ ਕੋਲ ਸਾਰੀ ਰਿਪੋਰਟ ਲਿਖਾਈ ਵੀ ਅਸੀਂ 52,000 ਬੂਟਾ ਲਾਉਣਾ, 7 ਟਰੈਕਟਰ ਸਾਡੇ ਕੋਲ ਹੋਰ ਹੈਗੇ ਤੇ 7 ਟਰੈਕਟਰ ਸਾਨੂੰ ਹੋਰ ਮਿਲ ਜਾਣ ਤੇ ਇਹ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਔਰ ਕਾਮਯਾਬੀ ਨਾਲ ਸਮੇਂ ਸਿਰ ਹੋ ਸਕਦਾ। ਤੇ ਜਦੋਂ ਮੈਨੂੰ ਉਹ ਜੇਈ ਨੇ ਰਿਪੋਰਟ ਲਿਖੀ ਤੇ ਮੈਂ ਉਹ ਕਾਗਜ਼ ਫੜ ਕੇ ਆਪਣੇ ਕੋਲ ਦੇਖਿਆ ਤੇ ਮੈਂ ਉਹਦੇ ਉੱਤੇ ਸਿਰਫ 3-4 ਲਾਈਨਾਂ ਲਿਖੀਆਂ ਵੀ ਸਾਨੂੰ 7 ਟਰੈਕਟਰ ਹੋਰ ਖਰੀਦਣ ਦੀ ਲੋੜ ਨਹੀਂ, ਅਸੀਂ ਜੇ 7 ਟਰੈਕਟਰਾਂ ਦਾ ਸਮਾਂ ਦੂਣਾ ਕਰ ਦਈਏ ਤੇ ਸਾਡਾ 35 ਲੱਖ ਰੁਪਈਆ ਵੀ ਨਗਰ ਨਿਗਮ ਦਾ ਬਚੂਗਾ ਔਰ ਟਰੈਕਟਰ ਵੀ ਸਾਡੇ ਨਾਲੋਂ ਨਾਲ ਹੀ ਕੰਮ ਸ਼ੁਰੂ ਕਰ ਦੇਣਗੇ। ਜੇ ਅਸੀਂ ਖਰੀਦਣ ਲੱਗੇ ਤਾਂ ਨਾਲੇ ਤਾਂ 35 ਲੱਖ ਰੁਪਈਆ ਲੱਗੂਗਾ ਤੇ ਨਾਲੇ ਸਾਨੂੰ 6 ਮਹੀਨੇ ਲੱਗ ਜਾਣਗੇ ਜਦ ਤੱਕ ਸਾਡੀ ਬਰਸਾਤ ਦਾ ਮੌਸਮ ਲੰਘ ਜਾਣਾ। ਤੇ ਮੈਂ ਉਹਦੇ 'ਤੇ ਆਪਣੇ ਵੱਲੋਂ ਜੋ ਪ੍ਰਪੋਜ਼ਲ ਕੀਤਾ ਸੀ ਉਹ ਇਹ 'ਤੇ ਲਿਖਿਆ ਵੀ 7 ਟਰੈਕਟਰਾਂ ਦਾ ਹੀ ਸਮਾਂ ਡਬਲ ਕਰ ਦਈਏ, ਇਹਨਾਂ ਨੂੰ ਤੇਲ ਸਿਰਫ ਜਿਹੜਾ ਦੇਣਾ ਉਹ ਦੇ ਦਈਏ। ਜਦੋਂ ਮੈਂ ਕਮਿਸ਼ਨਰ ਸਾਹਿਬ ਦੇ ਕੋਲ ਲੈ ਕੇ ਗਿਆ ਤੇ ਕਮਿਸ਼ਨਰ ਸਾਹਿਬ ਨੇ ਬਹੁਤ ਖੁਸ਼ ਹੋ ਕੇ ਗਿਆ, ਕਹਿੰਦੇ ਡਾਕਟਰ ਬਿਲਗਾ ਬਾਕੀ ਅਫਸਰ ਵੀ ਇੱਦਾਂ ਜੇ ਸੋਚਣ ਤਾਂ ਬਹੁਤ ਚੰਗੀ ਗੱਲ ਹੈ। ਮੈਂ ਕਿਹਾ ਸਰ ਪਹਿਲਾਂ ਤਾਂ 35 ਲੱਖ ਰੁਪਈਆ ਬਚੂ, ਮੁੜ ਕੇ ਟਾਈਮ ਬਚੂ, ਸਮੇਂ ਸਿਰ ਸਾਡੇ ਬੂਟੇ ਲੱਗ ਜਾਣਗੇ, 14 ਟਰੈਕਟਰ ਅਸੀਂ ਡਬਲ ਟਾਈਮ ਕਰਨਾ। ਤੇ ਮੈਂ ਕਮਿਸ਼ਨਰ ਸਾਹਿਬ ਤੋਂ ਆਰਡਰ ਕਰਵਾਏ, ਪਰਮਿਸ਼ਨ ਲਈ, ਆਪਣੇ ਆ ਕੇ ਸੁਪਰਵਾਈਜ਼ਰ ਜਈਆਂ ਨੂੰ ਕਿਹਾ ਭਾਈ ਸਵੇਰ ਤੋਂ ਤੁਸੀਂ ਜਿਹੜਾ ਟਰੈਕਟਰ ਹੈ ਉਹ 6 ਵਜੇ ਡਰਾਈਵਰ ਪਹਿਲਾਂ ਆਊਗਾ, 2 ਵਜੇ ਜਾਊਗਾ, ਨੂੰ 8 ਘੰਟੇ ਲਾਊਗਾ। ਦੂਜਾ ਡਰਾਈਵਰ 2 ਵਜੇ ਆ ਕੇ ਰਾਤ ਨੂੰ 10 ਵਜੇ ਜਾਊਗਾ, ਨਾਲੇ ਤਾਂ ਪਾਣੀ ਖੁੱਲ੍ਹਾ ਪੈ ਜਾਊਗਾ, ਬੂਟੇ ਲੱਗ ਵੀ ਜਾਣਗੇ ਸਾਰੇ ਸ਼ਹਿਰ ਦੇ ਵਿੱਚ। ਸੋ ਅਸੀਂ ਇਸ ਤਰ੍ਹਾਂ ਫਿਰ ਜਿਹੜਾ ਸੀਗਾ ਉਹ 52,000 ਬੂਟਾ ਲਾਉਣ ਦਾ ਟਾਰਗੇਟ ਸ਼ੁਰੂ ਕੀਤਾ। ਤੇ ਸਬੱਬੀ ਤੌਰ 'ਤੇ ਕੁਦਰਤ ਵੱਲੋਂ ਬੜੀ ਮਦਦ ਹੋਈ। ਜੂਨ ਦੇ ਮਹੀਨੇ ਵਿੱਚ 3 ਬਾਰਿਸ਼ਾਂ ਹੋ ਗਈਆਂ ਉਦੋਂ, ਤੇ ਅਸੀਂ ਜਿਹੜੇ ਟੋਏ ਬੜੀ ਹੌਲੀ ਪੱਟ ਰਹੇ ਸੀ। ਜਦੋਂ ਮਿੱਟੀ ਪੋਲੀ ਹੋ ਗਈ ਤਾਂ ਅਸੀਂ ਟੋਏ ਬੜੀ ਤੇਜ਼ੀ ਨਾਲ ਪੱਟਣੇ ਸ਼ੁਰੂ ਕਰ ਦਿੱਤੇ। ਤੇ ਜਦੋਂ ਟੋਏ ਪੱਟੇ ਗਿਆ ਤਾਂ ਅਸੀਂ ਜੂਨ ਦੇ ਤੀਸਰੇ ਹਫ਼ਤੇ ਕੁਝ ਬੂਟੇ ਲਾਉਣੇ ਵੀ ਸ਼ੁਰੂ ਕਰ ਦਿੱਤੇ, ਜਿਹੜੇ ਅਸੀਂ ਜੁਲਾਈ ਦੇ ਵਿੱਚ ਆਮ ਤੌਰ 'ਤੇ ਲਾਉਂਦੇ ਹਾਂ ਜਦੋਂ ਬਰਸਾਤਾਂ ਪੈ ਜਾਣ ਤਾਂ। ਤੇ ਉਸ ਤੋਂ ਅੱਗੇ ਬਰਸਾਤਾਂ ਹੋਰ ਲਗਾਤਾਰ ਪਈ ਗਈਆਂ। ਜਿੰਨੇ ਬੂਟੇ ਅਸੀਂ ਟੋਏ ਪੱਟਦੇ ਸੀਗੇ ਉਹ ਨਾਲੋਂ ਨਾਲ ਅਸੀਂ ਟੋਏ ਲਾਈ ਗਏ। ਤੇ ਜਿਹੜਾ ਟਾਰਗੇਟ ਸਾਡਾ 30 ਸਤੰਬਰ 1999 ਦਾ ਸੀ ਉਹ 15 ਅਗਸਤ 1999 ਨੂੰ ਹੀ 52,000 ਬੂਟਾ ਜਿਹੜਾ ਲਾ ਦਿੱਤਾ। ਤੇ ਮੈਂ ਉਹ ਰਿਪੋਰਟ ਲੈ ਕੇ ਜਦੋਂ ਕਮਿਸ਼ਨਰ ਸਾਹਿਬ ਦੇ ਕੋਲ ਗਿਆ ਤੇ ਮੈਨੂੰ ਕਹਿੰਦੇ ਲੈ ਇਹ ਤਾਂ ਫਿਰ ਛੇਤੀ ਕੰਮ ਹੋ ਗਿਆ, ਹੁਣ 52,000 ਬੂਟਾ ਹੋਰ ਲਾ ਲਓ। ਮੈਂ ਕਿਹਾ ਸਰ ਬੇਨਤੀ ਮੇਰੀ ਉਹੀ ਹੈ ਜਿੱਥੋਂ ਮੈਂ ਪਹਿਲਾਂ ਕੀਤੀ ਸੀ ਵੀ ਅਸੀਂ ਇਹ ਬੂਟੇ ਲਾ ਕੇ ਹੁਣ ਸੰਭਾਲਣੇ ਆ, ਇਹਨਾਂ ਨੂੰ ਪਾਣੀ ਵੀ ਪਾਉਣਾ, ਗੋਡੀ ਵੀ ਕਰਨੀ ਹੈ। ਜਿਹੜੇ ਬੂਟੇ ਵਿੱਚੋਂ ਮਰਨਗੇ ਉਹਨਾਂ ਦੀ ਜਗ੍ਹਾ 'ਤੇ ਬੂਟੇ ਨਵੇਂ ਵੀ ਲਾਉਣੇ ਤਾਂ ਕਿ ਪੂਰੀ ਤਰਤੀਬ ਨਾਲ ਬੂਟੇ ਜਿਹੜੇ ਉਹ ਬਣੇ ਰਹਿਣ, ਪਲਦੇ ਰਹਿਣ। ਸੋ ਇਹ ਜਦੋਂ ਅਸੀਂ ਬੂਟੇ ਲਾਏ ਤੇ ਬੂਟਿਆਂ ਦੇ ਨਾਲ ਬਹੁਤ ਸਾਰੀਆਂ ਸਕੀਮਾਂ ਮੇਰੇ ਮਨ ਦੇ ਵਿੱਚ ਸੀਗੀਆਂ। ਤੇ ਉਸ ਤੋਂ ਬਾਅਦ ਸ਼ੌਂਕ ਦੇ ਚਿੰਤਾ ਕਮਿਸ਼ਨਰ ਸਾਹਿਬ ਨੂੰ ਸੀ, ਡਾਕਟਰ ਸੰਧੂ ਸਾਹਿਬ ਨੂੰ, ਕਿ ਅਸੀਂ ਲੁਧਿਆਣੇ ਦੇ ਵਿੱਚ ਜਿੰਨਾ ਇਹ ਬਦਨਾਮੀ ਹੈ ਇਸਦੀ ਧੂਏ ਕਰਕੇ ਅਸੀਂ ਉਸ ਨੂੰ ਕੁਝ ਬਣਾਈਏ। ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਿਆ ਵੀ ਪਹਿਲੀ ਗੱਲ ਤਾਂ ਮੈਨੂੰ ਕੁਦਰਤ ਨੇ ਉਹ ਕੁਰਸੀ ਦਿੱਤੀ ਜਿਹਦੇ ਉੱਤੇ ਬਹਿ ਕੇ ਮੈਂ ਕੰਮ ਕਰਨਾ ਸੀ, ਪਰ ਉਸ ਤੋਂ ਵੀ ਖੁਸ਼ਕਿਸਮਤੀ ਮੈਨੂੰ ਉਹ ਮਹਿਸੂਸ ਹੋਈ ਜਦੋਂ ਡਾਕਟਰ ਸੁਖਬੀਰ ਸਿੰਘ ਸੰਧੂ ਵਰਗੇ ਮਿਹਨਤੀ ਅਤੇ ਇਮਾਨਦਾਰ ਕਮਿਸ਼ਨਰ ਮਿਲੇ। ਤੇ ਨਾਲੋਂ ਨਾਲ ਉਸ ਵੇਲੇ ਦੇ ਮੇਅਰ ਸਨ ਸਰਦਾਰ ਰੁਪਿੰਦਰ ਸਿੰਘ ਜੀ ਗਰੇਵਾਲ, ਉਹ ਵੀ ਬਹੁਤ ਇਮਾਨਦਾਰੀ ਤੇ ਸ਼ਹਿਰ ਲਈ ਕੁਝ ਕਰਨਾ ਚਾਹੁੰਦੇ ਸੀਗੇ। ਉਹਨਾਂ ਦੀ ਇੱਕੋ ਇੱਛਾ ਦੋਨਾਂ ਦੀ ਹੁੰਦੀ ਸੀਗੀ
ਵੀ ਬਿਲਗਾ ਜੀ ਆਪਾਂ ਲੁਧਿਆਣੇ ਲਈ ਕੁਛ ਕਰੀਏ ਤਾਂ ਕਿ ਲੋਕਾਂ ਨੂੰ ਕੁਛ ਸੁੱਖ ਮਿਲੇ। ਅਤੇ ਅਸੀਂ ਜਿਹੜਾ ਸੀ ਉਹ 52,000 ਬੂਟੇ ਲਾਉਣ ਦਾ ਟਾਰਗੇਟ ਪੂਰਾ ਕੀਤਾ। ਅਤੇ ਉਹਦੇ ਨਾਲ ਫਿਰ ਸੀਗਾ ਵੀ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਖੜੋਤਾਂ ਹੋਰ ਜਗ੍ਹਾ ਆਈਆਂ ਹੋਈਆਂ ਸੀਗੀਆਂ, ਚੌਂਕਾਂ ਦੀ ਖੂਬਸੂਰਤੀ ਕਰਨ ਵਾਲੀ ਸੀਗੀ, ਸੜਕਾਂ ਦੀ ਖੂਬਸੂਰਤੀ ਕਰਨ ਵਾਲੀ ਸੀਗੀ, ਅਤੇ ਰੱਖ ਬਾਗ ਸੀਗਾ, ਰੋਜ਼ ਗਾਰਡਨ ਸੀਗਾ। ਅਤੇ ਪਹਿਲਾਂ ਤਾਂ ਅਸੀਂ ਜਿਹੜੇ ਚੌਂਕ ਸੀਗੇ, ਚੌਂਕਾਂ ਦੀ ਖੂਬਸੂਰਤੀ ਕਰ ਲਈ। ਮਹਿਕਮੇ ਸਾਹਿਬ ਨੂੰ ਇੱਕ ਸਲਾਹ ਦਿੱਤੀ, ਮੈਂ ਕਿਹਾ ਸਰ ਅਸੀਂ ਬਜਾਏ ਨਗਰ ਨਿਗਮ ਦਾ ਪੈਸਾ ਖਰਚੀਏ ਕਿਉਂ ਨਾ ਅਸੀਂ ਇਹ ਸਪੋਂਸਰਡ ਲੈਂਡਸਕੇਪਿੰਗ ਕਰਾਈਏ। ਕਹਿੰਦੇ ਉਹ ਕੀ ਹੁੰਦੀ ਆ? ਮੈਂ ਕਿਹਾ ਜੀ ਅਸੀਂ ਲੋਕਾਂ ਕੋਲੋਂ ਐਡਵਰਟਾਈਜ਼ਮੈਂਟ ਦੇ ਤੌਰ 'ਤੇ ਕਰਵਾਈਏ, ਉਹ ਆਪਣਾ ਬੋਰਡ ਉੱਥੇ ਲਾ ਲੈਣ, ਖਰਚਾ ਕਰਨ ਅਤੇ ਸੰਭਾਲਣ। ਕਹਿੰਦੇ ਇੱਦਾਂ ਲੋਕ ਲੈ ਲੈਣਗੇ। ਮੈਂ ਕਿਹਾ ਜੀ ਆਪਾਂ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਦਿੰਦੇ ਹਾਂ ਅਤੇ ਜਿੰਨੇ ਲੋਕ ਆਉਣਗੇ ਤਾਂ ਕੰਮ ਚੱਲ ਪਏਗਾ। ਜਦੋਂ ਅਸੀਂ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਅਤੇ ਸਾਡੀ ਬਹੁਤ ਖੁਸ਼ੀ ਦੀ ਜਿਹੜੀ ਹੱਦ ਸੀ ਉਹ ਪਾਰ ਹੋ ਗਈ। ਅਜੇ ਉਸ ਵੇਲੇ ਨਵੀਂ ਜਿਹੜਾ ਮੋਬਾਈਲ ਪਹਿਲਾਂ ਹੀ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਸੀ ਉਹ ਸੀਗਾ ਸਪਾਈਸ ਟੈਲੀਕਾਮ, ਅਤੇ ਉਹਨਾਂ ਨੇ ਸਾਨੂੰ ਟੈਂਡਰ ਦਿੱਤਾ ਵੀ ਅਸੀਂ ਜਿਹੜਾ ਲੁਧਿਆਣੇ ਦਾ ਫੁਆਰੇ ਵਾਲਾ ਚੌਂਕ ਹੈ ਅਸੀਂ ਉਹ ਖੂਬਸੂਰਤੀ ਉਹਦੀ ਕਰਾਂਗੇ, ਸੰਭਾਲਾਂਗੇ ਵੀ। ਉਸ ਵੇਲੇ ਉਹਨਾਂ ਨੇ 5 ਲੱਖ ਰੁਪਈਏ ਦਾ ਐਸਟੀਮੇਟ ਉਸ ਫੁਆਰੇ ਦੇ ਉੱਤੇ ਖਰਚਾ ਕੀਤਾ। ਦਿੱਲੀ ਤੋਂ ਡਿਜ਼ਾਈਨ ਬਣਾ ਕੇ ਲਿਆਏ, ਨਾਲ ਮੈਂ ਉਸ ਦੇ ਵਿੱਚ ਕੁਝ ਸੋਧਾਂ ਕਰਤੀਆਂ, ਬੂਟਿਆਂ ਦੀਆਂ ਵੈਰਾਈਟੀਆਂ ਬਦਲ ਕੇ ਠੀਕ ਕੀਤੀਆਂ। ਅਤੇ ਨਾਲ ਜਿਹੜਾ ਚੌਂਕ ਜਲੰਧਰ ਬਾਈਪਾਸ ਦੇ ਨਾਲ ਆ ਗਿਆ ਉਹ ਦਾਦਾ ਮੋਟਰਸ ਵਾਲਿਆਂ ਨੇ ਲਿਆ। ਜਿਹੜਾ ਦਿੱਲੀ ਵਾਲੇ ਪਾਸੇ ਆ ਉਹ ਹੀਰੋ ਸਾਈਕਲਸ ਵਾਲਿਆਂ ਨੇ ਲਿਆ। ਇੱਕ ਪ੍ਰਤਾਪ ਚੌਂਕ ਹੈ ਉੱਥੇ ਉਹ ਸਾਈਕਲਾਂ ਦੀ ਐਸੋਸੀਏਸ਼ਨ ਹੈ ਉਹ ਉਹਨਾਂ ਨੇ ਲਿਆ। ਇਸ ਤਰ੍ਹਾਂ ਜਿੰਨੇ ਚੌਂਕ ਸੀਗੇ ਅਸੀਂ ਉਹ ਸਾਰੇ ਲੋਕਾਂ ਨੂੰ ਵੰਡ ਦਿੱਤੇ। ਸਿਰਫ ਚੌਂਕ ਦੇ ਚੌਹੀਂ ਪਾਸੇ ਉਹਨਾਂ ਨੇ 3 ਫੁੱਟ ਲੰਬਾ ਅਤੇ 2 ਫੁੱਟ ਚੌੜਾ ਜਿਹੜਾ ਬੋਰਡ ਲਗਾਉਣਾ ਸੀ, ਦੇ ਨਾਲ ਸਾਰਾ ਕੰਮ ਕਰਨਾ ਸੀਗਾ। ਅਤੇ ਇਸੇ ਤਰ੍ਹਾਂ ਅਸੀਂ ਫਿਰ ਜਿਹੜਾ ਸੜਕਾਂ ਦਾ ਕੰਮ ਸੀਗਾ, ਸੜਕਾਂ ਦਾ ਕੰਮ ਵੀ ਇਸੇ ਤਰ੍ਹਾਂ ਕੰਪਨੀਆਂ ਨੂੰ ਦਿੱਤਾ। ਜਿਹੜੀਆਂ ਕੰਪਨੀਆਂ ਆਪਣਾ ਬੋਰਡ ਲਾਉਂਦੀਆਂ ਸੀਗੀਆਂ, ਬੂਟੇ ਅਸੀਂ ਉਹਨਾਂ ਨੂੰ ਇੱਕ ਵਾਰੀ ਲਾ ਕੇ ਸਾਰੇ ਦੇ ਦਿੰਦੇ ਸੀਗੇ। ਉਸ ਤੋਂ ਬਾਅਦ ਸੰਭਾਲਣਾ ਉਹਨਾਂ ਨੇ ਸੀਗਾ। ਜੇ ਕੋਈ ਬੂਟਾ ਮਰਦਾ ਸੀ ਉਹ ਵੀ ਉਹਨਾਂ ਕੰਪਨੀਆਂ ਨੇ ਕਰਨਾ ਸੀਗਾ। ਅਤੇ ਤੀਸਰਾ ਜਿਹੜਾ ਕੰਮ ਪ੍ਰਾਈਵੇਟਾਈਜੇਸ਼ਨ ਦੇ ਤੌਰ 'ਤੇ, ਜਾਂ ਅਸੀਂ ਉਹਨੂੰ ਪਬਲਿਕ ਪ੍ਰਾਈਵੇਟੇਸ਼ਨ ਪਾਰਟੀਸਪੇਸ਼ਨ ਕਹਿੰਦੇ ਹਾਂ, ਵਰਲਡ ਵਾਈਡ ਹੈਗੀ ਉਹ ਪਬਲਿਕ ਪ੍ਰਾਈਵੇਟ ਪਾਰਟੀਸਪੇਸ਼ਨ PPP। ਅਤੇ ਉਹਦੇ ਵਿੱਚ ਅਸੀਂ ਜਿਹੜੀਆਂ ਆਮ ਤੌਰ 'ਤੇ ਮਹੱਲਾ ਸੁਧਾਰ ਕਮੇਟੀਆਂ ਹੁੰਦੀਆਂ ਨੇ, ਇਸ ਨੂੰ ਵਰਲਡ ਲੈਵਲ ਦੇ ਉੱਤੇ ਪਾਰਕ ਮੈਨੇਜਮੈਂਟ ਕਮੇਟੀਆਂ ਕਿਹਾ ਜਾਂਦਾ। ਅਤੇ ਅਸੀਂ ਲੁਧਿਆਣੇ ਦੇ ਵਿੱਚ ਉਹ ਵੀ ਇੱਕ ਇਸ਼ਤਿਹਾਰ ਦਿੱਤਾ ਅਖਬਾਰਾਂ ਦੇ ਵਿੱਚ ਵੀ ਜਿਹੜੀ ਨਗਰ ਨਿਗਮ ਵੱਲੋਂ ਪਾਰਕਾਂ ਬਣਾਈਆਂ ਗਈਆਂ ਨੇ ਉਹਨਾਂ ਦੀ ਸਾਂਭ ਸੰਭਾਲ ਲਈ ਅਸੀਂ ਕੁਛ ਚਹੇਤੇ ਨਹੀਂ, ਜਿਹੜੇ ਸ਼ੌਕੀਨ ਲੋਕ ਨੇ, ਜਿਹੜੇ ਸ਼ੌਂਕ ਰੱਖਦੇ ਨੇ, ਚਿੰਤਾ ਹੈ ਜਿਹਨਾਂ ਨੂੰ ਲੁਧਿਆਣੇ ਦੀ ਹਰਿਆਲੀ ਦੀ ਖੂਬਸੂਰਤੀ ਦੀ, ਅਤੇ ਉਹ ਆ ਕੇ ਸਾਡੇ ਕੋਲ ਲੈ ਲੈਣਾ। ਅਸੀਂ ਉਹਦੇ ਲਈ ਬਹੁਤ ਵਾਜਬ ਜਿਹਾ ਜਿਹੜਾ ਸੀਗਾ ਜੈਨੂਅਨ ਜਿਹਾ ਰੇਟ ਕੈਲਕੂਲੇਟ ਕਰ ਲਿਆ ਸੀਗਾ। ਉਸ ਵੇਲੇ 1 ਰੁਪਈਆ ਪ੍ਰਤੀ ਸਕੁਅਰ ਮੀਟਰ ਦੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਦੇਣਾ ਸੀਗਾ, ਅਤੇ ਉਹ ਬੜਾ ਵਧੀਆ ਫਾਰਮੂਲਾ ਸੀਗਾ। ਜੇ 500 ਮੀਟਰ ਦਾ ਪਾਰਕ ਹੈ ਤਾਂ ਅਸੀਂ 500 ਰੁਪਈਆ ਦਿੰਦੇ ਸੀਗੇ। ਜੇ 1200 ਦਾ ਮੀਟਰ ਦਾ ਪਾਰਕ ਅਸੀਂ 1200 ਦਿੰਦੇ ਸੀ। ਜੇ ਕਿਸੇ ਦਾ 2800 ਵਰਗ ਮੀਟਰ ਦਾ ਪਾਰਕ ਹੈ ਤਾਂ ਅਸੀਂ ਉਹਨੂੰ 2800 ਰੁਪਈਆ ਦੇ ਦਿੰਦੇ ਸੀਗੇ। ਉਹ ਸਿਸਟਮ ਜਿਹੜਾ ਸੀਗਾ ਉਹ ਵੀ ਬੜਾ ਅਸੀਂ ਟਰਾਂਸਪੇਰੈਂਟ ਬਣਾਇਆ, ਜਿਹਦੇ ਵਿੱਚ ਕੋਈ ਗਲਤੀ ਦਾ ਸਕੋਪ ਨਹੀਂ ਸੀ। ਅਤੇ ਜਿੰਨੇ ਉਸ ਵੇਲੇ ਕੌਂਸਲਰ ਸੀਗੇ, ਤਕਰੀਬਨ ਲੁਧਿਆਣੇ ਦੇ 65 ਕੌਂਸਲਰ ਸੀਗੇ ਸਾਰੇ ਸ਼ਹਿਰ ਦੇ ਵਿੱਚੋਂ, ਅਤੇ ਅਸੀਂ ਹਾਊਸ ਦੇ ਵਿੱਚ ਮੀਟਿੰਗ ਕਰਵਾ ਕੇ ਸਾਰੇ ਕੌਂਸਲਰ ਦੀ, ਮੇਅਰ ਸਾਹਿਬ ਦੀ ਪ੍ਰਧਾਨਗੀ ਥੱਲੇ ਹੋਈ ਵੀ ਅਸੀਂ ਉਹ ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਪ੍ਰਵਾਨਗੀ ਦਿਆਂਗੇ ਜਿਹੜੀਆਂ ਉਸ ਇਲਾਕੇ ਦਾ ਕੌਂਸਲਰ ਮਨਜ਼ੂਰ ਕਰੂਗਾ। ਕਿਉਂਕਿ ਅਦਰਵਾਈਜ਼ ਕਈ ਵਾਰੀ ਹੁੰਦਾ ਵੀ ਰੂਲਿੰਗ ਪਾਰਟੀ ਦਾ ਕੌਂਸਲਰ ਆਪਣੀ ਮਰਜ਼ੀ ਨਾਲ ਕੰਮ ਕਰਾਉਂਦਾ, ਦੂਸਰੇ ਦੀ ਘੱਟ ਸੁਣੀ ਜਾਂਦੀ, ਜਾਂ ਕਹਿਣ ਸੁਣਨ ਨੂੰ ਇਤਰਾਜ਼ ਹੁੰਦੇ ਇੱਕ ਦੂਜੇ 'ਤੇ। ਪਰ ਉਹ ਜਦੋਂ ਬਹੁਤ ਸਹਿਮਤੀ ਦੇ ਨਾਲ ਮਤਾ ਪਾਸ ਹੋ ਗਿਆ, ਜਿਹੜੀ ਪਾਰਟੀ ਦਾ ਵੀ ਉਸ ਇਲਾਕੇ ਦਾ ਕੌਂਸਲਰ ਹੁੰਦਾ ਸੀ ਅਸੀਂ ਉਹਨਾਂ ਦੀ ਮੋਹਰ ਲੱਗੀ ਹੋਈ ਜਿਹੜੀ ਸੀ ਕਮੇਟੀ ਉਸ ਨੂੰ ਦੇ ਦਿੰਦੇ ਸੀਗੇ। ਅਤੇ ਇਹਦੇ ਨਾਲ ਅਸੀਂ ਪਹਿਲੀ ਵਾਰੀ 92 ਪਾਰਕਾਂ ਦਾ ਪ੍ਰਬੰਧ ਉੱਥੋਂ ਦੇ ਮਹੱਲਾ ਸੁਧਾਰ ਕਮੇਟੀ ਨੂੰ ਦਿੱਤਾ, ਅਤੇ 6 ਮਹੀਨਿਆਂ ਦੇ ਬਾਅਦ ਉਹ 300 ਦੇ ਲਾਗੇ ਜਿਹੜੀਆਂ ਕਮੇਟੀਆਂ ਪਹੁੰਚ ਗਈਆਂ ਸੀ। ਅਤੇ ਜਦੋਂ ਮੈਂ 4 ਸਾਲ ਦੇ ਬਾਅਦ ਲੁਧਿਆਣੇ ਦੀ ਆਪਣੀ 4 ਸਾਲ ਦੀ ਟਰਮ ਪੂਰੀ ਕਰਕੇ ਉੱਥੋਂ ਫਿਰ ਵਾਪਸ ਅੰਮ੍ਰਿਤਸਰ ਦੀ ਬਦਲੀ ਹੋਈ, ਤਾਂ ਅਸੀਂ 467 ਪਾਰਕਾਂ ਦਾ ਕੰਮ ਜਿਹੜਾ ਸੀਗਾ ਉਹ 127 ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਉਹ ਵੰਡ ਦਿੱਤਾ ਸੀਗਾ ਸਾਰਾ। ਅਤੇ ਜਦੋਂ 2 ਸਾਲ ਹੋ ਗਏ ਅਤੇ ਲੋਕ ਬਹੁਤ ਖੁਸ਼ ਹੋਏ, ਅਤੇ ਮੇਰੇ ਕੋਲ ਦਫ਼ਤਰ ਆਉਂਦੇ ਸੀਗੇ, ਕਹਿੰਦੇ ਬਿਲਗਾ ਸਾਹਿਬ ਹੁਣ ਆਪਾਂ ਨਾ ਲੈਂਡਸਕੇਪਿੰਗ ਦਾ ਕੰਮ ਸ਼ੁਰੂ ਕਰੀਏ। ਮੈਂ ਕਿਹਾ ਜੀ ਉਹ ਕੀ ਹੁੰਦੀ ਹੈ? ਮੈਂ ਵੀ ਜਾਣ ਕੇ ਦੇਖਦਾ ਸੀਗਾ ਵੀ ਇਹਨਾਂ ਦਾ ਕੀ ਵਿਚਾਰ ਹੈ, ਕੀ ਸ਼ੌਂਕ ਹੈ। ਉਹ ਮੈਨੂੰ ਕਹਿੰਦੇ ਜੀ ਇੱਦਾਂ ਕਰਕੇ ਥੋੜ੍ਹਾ ਜਿਹਾ ਨਾ ਕੰਟੂਰਸ ਕਰਕੇ ਉਹ ਥੋੜ੍ਹੀਆਂ ਪਾਰਕਾਂ ਦੇ ਵਿੱਚ ਪਹਾੜੀਆਂ ਬਣਾਈਏ, ਜੈਪਨੀਜ਼ ਸਟਾਈਲ ਗਾਰਡਨਿੰਗ ਕਰੀਏ, ਲੈਂਡਸਕੇਪਿੰਗ ਕਰੀਏ। ਅਤੇ ਮੈਂ ਫਿਰ ਸਾਰੇ ਬੰਦਿਆਂ ਨੂੰ ਕਿਹਾ, ਉਹ ਮੀਟਿੰਗ ਅਸੀਂ ਕਰ ਰਹੇ ਸੀ ਪਾਰਕ ਮੈਨੇਜਮੈਂਟ ਕਮੇਟੀਆਂ ਦੀ, ਮੈਂ ਕਿਹਾ ਜੀ ਇੱਕ ਵਾਰੀ ਦੱਬ ਕੇ ਤਾੜੀਆਂ ਮਾਰ ਦਿਓ ਉਹਨਾਂ ਦੀ ਲੈਂਡਸਕੇਪਿੰਗ ਦੇ ਨਾਂ 'ਤੇ। ਉਹ ਸਾਰੇ ਬੰਦੇ ਬੜੇ ਖੁਸ਼ ਹੋਏ ਵੀ ਡਾਕਟਰ ਬਿਲਗਾ ਸਾਡੇ ਕੰਮ ਤੋਂ ਵੀ ਖੁਸ਼ ਨੇ। ਮੈਂ ਕਿਹਾ ਵੀ ਕੰਮ ਤੋਂ ਤਾਂ ਮੈਂ ਖੁਸ਼ ਹਾਂ, ਜਿਹੜਾ ਕੰਮ ਮੈਂ ਕਰਨਾ ਉਹ ਤੁਸੀਂ ਕਰਦੇ ਹੋ, ਉਹਦੇ ਨਾਲ ਤੁਹਾਡੀ ਵੀ ਬੱਲੇ ਬੱਲੇ ਅਤੇ ਸ਼ਹਿਰ ਦੀ ਵੀ ਬੱਲੇ ਬੱਲੇ, ਅਤੇ ਜਿਹੜੀ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਮੈਂ ਕਿਹਾ ਪਾਰਕਾਂ ਦਾ ਕਾਰਪੋਰੇਸ਼ਨ ਦੀਆਂ ਰਹਿਣੀਆਂ, ਕੰਮ ਤੁਹਾਡਾ, ਤੁਹਾਨੂੰ ਸੋਹਣਾ ਲੱਗਣਾ।
ਤਾਂ ਉਹਦੇ ਵਿੱਚ ਮੈਨੂੰ ਕੁਝ ਲੋਕਾਂ ਨੇ ਇਹ ਵੀ ਕਿਹਾ ਜਿਨ੍ਹਾਂ ਦੀ ਵਿਚਾਰ ਸ਼ਾਇਦ ਸਾਡੇ ਕੰਮ ਨਾਲ ਨਹੀਂ ਸੀ ਰਲਦੀ। ਮੈਨੂੰ ਕਹਿੰਦੇ ਡਾਕਟਰ ਬਿਲਗਾ ਆਪਣੀ ਚੌਧਰ ਤੁਸੀਂ ਲੋਕਾਂ ਨੂੰ ਦੇਈ ਜਾਂਦੇ ਆ, ਇਹਦਾ ਕੀ ਮਤਲਬ ਹੋਇਆ? ਮੈਂ ਕਿਹਾ ਜੀ ਮੇਰੀ ਚੌਧਰ ਤਾਂ ਹੀ ਚੰਗੀ ਲੱਗੂਗੀ ਜੇ ਪਾਰਕਾਂ ਦੇ ਵਿੱਚ ਫੁੱਲ ਬੂਟੇ ਖੜੇ ਹੋਣਗੇ। ਮੈਂ ਕਿਹਾ ਹੁਣ ਤਾਂ ਕਈਆਂ ਪਾਰਕਾਂ 'ਚ ਕੁੱਤੇ ਮਿਲਦੇ ਆ, ਚਾਹੇ ਉਹ ਮਰੇ ਹੋਣ ਚਾਹੇ ਜੀਂਦੇ ਹੋਣ, ਚਾਹੇ ਮੈਂ ਕਿਹਾ ਗਾਈਆਂ ਮੱਝਾਂ ਦਾ ਉੱਥੇ ਗੋਹਾ ਮਿਲਦਾ। ਮੈਂ ਕਿਹਾ ਤਾਂ ਉਹਦਾ ਕੀ ਫਾਇਦਾ? ਮੈਂ ਕਿਹਾ ਕਾਹਦੀ ਚੌਧਰ ਹੈ ਉਹ। ਅਤੇ ਜਦੋਂ ਮੈਨੂੰ ਪਾਠਕਾਂ ਸਰੋਤਿਆਂ ਦੇ ਨਾਲ ਇਹ ਗੱਲ ਸਾਂਝ ਕਰਕੇ ਬਹੁਤ ਖੁਸ਼ੀ ਹੁੰਦੀ ਹੈ ਵੀ ਜਦੋਂ ਲੋਕਾਂ ਨੇ 1 ਰੁਪਈਆ ਪਰ ਸਕੁਅਰ ਮੀਟਰ ਦੇ ਹਿਸਾਬ ਨਾਲ ਖਰਚਾ ਲੈਣਾ ਸ਼ੁਰੂ ਕੀਤਾ ਅਤੇ 467 ਪਾਰਕਾਂ ਦਾ ਜਿਹੜਾ ਪ੍ਰਬੰਧ ਸੀ ਉਹਨਾਂ ਕਮੇਟੀਆਂ ਦੇ ਕੋਲ ਚਲਾ ਗਿਆ। ਅਤੇ ਜਦੋਂ ਅਸੀਂ ਸਾਰਾ ਹੀ ਕੰਮ ਗਿਣ ਗਿਣਾ ਕੇ ਕੀਤਾ, ਚਾਹੇ ਉਹ ਪਾਰਕਾਂ ਦਾ ਸੀ, ਸੜਕਾਂ ਦਾ ਸੀ, ਚੌਂਕਾਂ ਦਾ ਸੀਗਾ, ਤਕਰੀਬਨ 40-45% ਖਰਚੇ ਦੇ ਉੱਤੇ ਸਾਰਾ ਕੰਮ ਹੋ ਰਿਹਾ ਸੀ। ਨਗਰ ਨਿਗਮ ਲੁਧਿਆਣਾ ਦੇ ਬਜਟ ਦੇ ਵਿੱਚੋਂ 60% ਦੀ ਬਚਤ ਹੋ ਰਹੀ ਸੀਗੀ। ਅਤੇ ਜੇ ਅਸੀਂ ਇਕੱਲੇ ਪਾਰਕਾਂ ਦਾ ਵੀ ਗਿਣੀਏ ਤਾਂ ਉਸ ਵੇਲੇ ਸਰਕਾਰੀ ਜਿਹੜਾ ਮਾਲੀ ਸੀਗਾ ਉਹਦੀ ਤਨਖਾਹ ਤਕਰੀਬਨ 10,000 ਰੁਪਈਆ ਸੀਗੀ, ਜਿਹੜੇ ਪੱਕੇ ਸੀਗੇ ਮਾਲੀ। ਪਰ ਜਿਹੜਾ ਅਸੀਂ ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਖਰਚਾ ਦਿੰਦੇ ਸੀ ਉਹ ਐਵਰੇਜ 2,000 ਰੁਪਈਆ ਸੀਗਾ ਪਰ ਮੰਥ। ਅਤੇ ਅੰਦਾਜ਼ਾ ਤੁਸੀਂ ਲਾ ਸਕਦੇ ਹਾਂ। ਫਿਰ ਮੁਲਾਜ਼ਮਾਂ ਦੀਆਂ ਵਰਦੀਆਂ ਵੀ ਸੀਗੀਆਂ, ਜਰਸੀਆਂ ਵੀ ਸੀਗੀਆਂ, ਛੁੱਟੀਆਂ ਵੀ ਸੀਗੀਆਂ। ਪਰ ਜਿਹੜਾ ਪ੍ਰਾਈਵੇਟ ਤੌਰ 'ਤੇ ਜਦੋਂ ਪਾਰਕ ਮੈਨੇਜਮੈਂਟ ਕਮੇਟੀਆਂ ਨੇ ਇਹ ਕੰਮ ਲਿਆ ਤਾਂ ਬਹੁਤ ਸੋਹਣਾ ਹੋਇਆ। ਫਿਰ 2 ਹੀ ਇਤਿਹਾਸਕ ਬਾਗ ਸੀਗੇ ਜਿਹੜੇ ਲੁਧਿਆਣਾ ਸ਼ਹਿਰ ਦੇ ਸੀ। ਇੱਕ ਤਾਂ ਰੱਖ ਬਾਗ ਹੈਗਾ ਜਿਹੜਾ ਰੇਲਵੇ ਸਟੇਸ਼ਨ ਦੇ ਨਾਲ ਹੀ ਹੈ, ਗੁਰੂ ਨਾਨਕ ਸਟੇਡੀਅਮ ਦੇ ਨਾਲ। ਉਹਦੇ ਵਿੱਚ ਪੁਰਾਣੇ ਦਰਖਤ ਬਹੁਤ ਘੱਟ ਹੋ ਗਏ ਸੀਗੇ, ਨਵਿਆਂ ਲਈ ਕਾਫੀ ਸਾਰਾ ਸਕੋਪ ਸੀਗਾ। ਉਹਦੇ ਵਿੱਚ ਫਿਰ ਮੈਂ ਜਿਹੜੀ ਸੀ ਪਲੈਨਿੰਗ ਕੀਤੀ, ਮੋਲਸਰੀ ਇੱਕ ਬਹੁਤ ਹੀ ਖੂਬਸੂਰਤ ਬੂਟਾ ਜਿਹੜਾ ਸਦਾ ਬਹਾਰ ਬੂਟਾ, ਅਸ਼ੋਕਾ ਦੇ ਬੂਟੇ ਜਿਹੜੇ ਦੇਸੀ ਅਸ਼ੋਕਾ ਦੇ ਬੂਟੇ ਉਹ ਵੀ ਲਵਾਏ, ਬੜੇ ਉੱਚੇ ਜਾਣ ਵਾਲੇ ਸੀਗੇ। ਅਤੇ ਨਾਲ ਅਸੀਂ ਚਕਰਾਸੀਆ ਦੇ ਬੂਟੇ ਲਾਏ, ਉਹ ਵੀ ਇੱਕ ਬਹੁਤ ਖੂਬਸੂਰਤ ਦਰਖਤ ਹੈ ਜਿਹੜਾ ਨਿੰਮ ਦੀ ਫੈਮਿਲੀ ਦੇ ਵਿੱਚੋਂ ਆਉਂਦਾ। ਇਸ ਤਰ੍ਹਾਂ ਬਾਕੀ ਸ਼ਰਬਸ ਵੀ ਲਗਾਈਆਂ, ਉਹਦੇ ਵਿੱਚ ਛੋਟੇ ਮੋਟੇ ਫੁੱਲ ਵੀ ਬਹੁਤ ਸਾਰੇ ਲਗਾਏ। ਅਤੇ ਜਿਹਦੇ ਨਾਲ ਜਿਹੜੀ ਕਹਿ ਲਓ ਇੱਕ ਤਰ੍ਹਾਂ ਦਾ ਰੱਖ ਬਾਗ ਰੀਵਾਈਵ ਹੋ ਗਿਆ ਸੀਗਾ, ਉਹਦਾ ਨਵਿਆਂਕਰਨ ਹੋ ਗਿਆ, ਨਵੀਨੀਕਰਨ ਹੋ ਗਿਆ। ਸੋ ਇਸੇ ਤਰ੍ਹਾਂ ਰੋਜ਼ ਗਾਰਡਨ ਲੁਧਿਆਣਾ, ਜਿਹਨੂੰ ਨਹਿਰੂ ਰੋਜ਼ ਗਾਰਡਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ, ਉਹਦੇ ਵਿੱਚ ਵੀ ਛਾਂ ਦੀ ਕਾਫੀ ਕਮੀ ਸੀਗੀ। ਇੱਕ ਮਿਊਜ਼ੀਕਲ ਫਾਊਂਟੇਨ ਲੱਗਿਆ ਹੋਇਆ ਸੀਗਾ ਗੇਟ ਦੇ ਅੰਦਰ ਜਦੋਂ ਵੜਦੇ ਹਾਂ, ਉਹਦੇ ਦੁਆਲੇ ਦੁਆਲੇ ਮੈਂ ਜਿਹੜਾ ਪੁੱਤਰਨ ਜੀਵਾ ਦੇ ਦਰਖਤ ਲਾਏ, ਜਿਹੜਾ 12 ਮਹੀਨੇ 30 ਦਿਨ ਦਾ ਦਰਖਤ ਹਰਾ ਹੈ, ਉਹ ਕਾਰਬਨ ਡਾਈਆਕਸਾਈਡ ਵੀ ਖਾਂਦਾ ਹੈ, ਆਕਸੀਜਨ ਵੀ ਦਿੰਦਾ। ਇਸੇ ਤਰ੍ਹਾਂ ਅਸ਼ੋਕਾ ਦੇ ਬੂਟੇ ਵੀ ਲਵਾਏ, ਉਹਦੇ ਵਿੱਚ ਚਕਰਾਸੀਆ ਦੇ ਬਹੁਤ ਬੂਟੇ ਲਾਏ, ਫੁੱਲਾਂ ਵਾਲੇ ਦਰਖਤ ਜਿਹੜੇ ਸੀ ਉਹ ਵੀ ਲਾਏ। ਸੋ ਇਸ ਤਰ੍ਹਾਂ ਰਕਬਾ ਜਿਹੜਾ ਰੋਜ਼ ਗਾਰਡਨ ਦਾ ਵੀ ਕਾਫੀ ਸੁਧਾਰ ਕੀਤਾ, ਉਹਨੂੰ ਰੀਜੂਬੀਨੇਟ ਕੀਤਾ। ਉਹਦੇ ਨਾਲ ਜਿਹੜੇ ਬਿਲਕੁਲ 2 ਨਵੇਂ ਪ੍ਰੋਜੈਕਟ ਸੀਗੇ ਸਾਡੇ ਕੋਲ ਆਏ ਸੀਗੇ। ਇੱਕ ਤਾਂ ਲੇਅਰ ਵੈਲੀ ਸੀਗੀ ਸਰਾਭਾ ਨਗਰ ਦੇ ਵਿੱਚ, ਉਹਨੂੰ ਅਸੀਂ ਜੈਪਨੀਜ਼ ਗਾਰਡਨ ਦੇ ਤੌਰ 'ਤੇ ਲੇਅਰ ਵੈਲੀ ਬਣਾਈ ਸੀਗੀ, ਜਿਹਦਾ ਡਿਜ਼ਾਈਨ ਮਿਸਟਰ ਜੋਹਲ ਵੱਲੋਂ ਕੀਤਾ ਗਿਆ ਸੀਗਾ। ਅਤੇ ਪ੍ਰਾਈਵੇਟ ਕੰਪਨੀ ਸੀਗੀ ਦਿੱਲੀ ਦੀ ਜਿਹੜੀ ਉਹਨਾਂ ਨੇ ਫਿਰ ਉਹਦੀ ਡਿਵੈਲਪਮੈਂਟ ਕੀਤੀ। ਤਕਰੀਬਨ ਉਹ 13 ਏਕੜ ਦਾ ਟੋਟਲ ਏਰੀਆ ਸੀਗਾ, ਜਿਹੜੀ ਖੂਬਸੂਰਤ ਲੇਅਰ ਵੈਲੀ ਬਣਾਈ, ਜਿਹਦੇ ਵਿੱਚ ਫੁੱਟਪਾਥ ਜਿਹੜੇ ਸੀਗੇ ਉਹ ਥੋੜ੍ਹੇ ਉੱਚੇ ਨੀਵੇਂ ਵਿੱਚ, ਉਹਦੇ ਵਿੱਚ ਬੈਠਣ ਦੀਆਂ ਜਗ੍ਹਾ ਵੀ ਬਣਾਈਆਂ। ਆਟੋਮੈਟਿਕ ਜਿਹੜਾ ਉਹਦਾ ਇਰੀਗੇਸ਼ਨ ਦਾ ਸਿਸਟਮ ਸੀ ਅਸੀਂ ਉਹ ਵੀ ਸਾਰਾ ਕੀਤਾ, ਸਪ੍ਰਿੰਕਲਰ ਇਰੀਗੇਸ਼ਨ ਲਾਈ। ਔਰ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਵੈਰਾਈਟੀਆਂ ਸੀਗੀਆਂ, ਚਾਹੇ ਉਹ ਟਰੀਜ਼ ਦੀਆਂ ਸੀਗੀਆਂ, ਸ਼ਰਬ ਦੀਆਂ ਸੀਗੀਆਂ, ਕਲਾਈਂਬਰ ਦੀਆਂ ਸੀਗੀਆਂ, ਗਰਾਊਂਡ ਕਵਰ ਬਹੁਤ ਸਾਰੇ ਲਾਏ ਸੀਗੇ, ਜਿਨ੍ਹਾਂ ਦੀ ਖੂਬਸੂਰਤੀ ਕਾਫੀ ਅੱਛੀ ਬਣੀ ਸੀਗੀ। ਅਤੇ ਇਸ ਲੇਅਰ ਵੈਲੀ ਦੇ ਨਾਲ ਨਾਲ ਮਿੰਨੀ ਰੋਜ਼ ਗਾਰਡਨ ਇੱਕ ਬਣਾਇਆ ਸੀ ਕਦਵਈ ਨਗਰ ਦੇ ਵਿੱਚ। ਉੱਥੇ ਪਹਿਲਾਂ ਲੁਧਿਆਣਾ ਦੀ ਸੈਂਟਰਲ ਜੇਲ੍ਹ ਹੁੰਦੀ ਸੀਗੀ, ਜਦੋਂ ਸੈਂਟਰਲ ਜੇਲ੍ਹ ਚੱਕ ਕੇ ਬਾਹਰ ਚਲੀ ਗਈ ਸ਼ਹਿਰੋਂ, ਅਤੇ ਉਹ ਜਿਹੜਾ ਜਗ੍ਹਾ ਸੀਗੀ ਉਹ ਫਿਰ ਮਿਊਨਿਸਪਲ ਕਾਰਪੋਰੇਸ਼ਨ ਨੂੰ ਮਿਲ ਗਈ। ਅਤੇ ਉੱਥੇ ਅਸੀਂ ਫਿਰ ਮਿੰਨੀ ਰੋਜ਼ ਗਾਰਡਨ ਬਣਾਇਆ, ਜਿਹਨੂੰ ਮੁਗਲ ਗਾਰਡਨ ਡਿਜ਼ਾਈਨ ਦੇ ਤੌਰ 'ਤੇ ਬਣਾਇਆ ਸੀ। ਉਹ 4 ਪੌੜੀਆਂ ਦੇ ਵਿੱਚ ਸੀਗਾ। ਉਹਦਾ ਨਕਸ਼ਾ ਜਿਹੜਾ ਡਾਕਟਰ ਅਜੇਪਾਲ ਸਿੰਘ ਜੀ ਗਿੱਲ, ਮੇਰੇ ਪ੍ਰੋਫੈਸਰ PHU ਲੁਧਿਆਣੇ ਦੇ ਸਨ, ਉਹਨਾਂ ਨੇ ਕਰਕੇ ਦਿੱਤਾ ਸਾਨੂੰ। ਉਹਦੇ ਵਿੱਚ ਰੈੱਡ ਸਟੋਨ ਦੇ ਜਿਹੜੇ ਫੁੱਟਪਾਥ ਸੀਗੇ, ਉਹਦੇ ਵਿੱਚ ਵੀ ਸੈਂਟਰ ਦੇ ਵਿੱਚ ਜਿਹੜਾ ਅਸੀਂ ਫੁਆਰਾ ਲਾਇਆ, ਉਹ ਫੁਆਰਾ ਵੀ ਇਸ ਤਰ੍ਹਾਂ ਲਾਇਆ ਜਿੱਦਾਂ ਗੁਲਾਬਾਂ ਦਾ ਫੁੱਲ ਹੁੰਦਾ, ਪੂਰੀਆਂ ਪੱਤੀਆਂ ਦੇ ਹਿਸਾਬ ਨਾਲ ਲਾਇਆ ਸੀਗਾ। ਫਿਰ ਉੱਤੋਂ ਪਾਣੀ ਬਾਹਰ ਆਉਂਦਾ ਸੀਗਾ। ਅਤੇ 4 ਉਹਦੇ ਵਿੱਚ ਮੁਗਲ ਸਟਾਈਲ ਦੇ ਹਿਸਾਬ ਨਾਲ ਛੋਟੇ ਮੋਟੇ ਪਾਰਕ ਸੀਗੇ, ਜਿਹੜੇ ਅਸੀਂ ਉਹ ਵੀ ਬਣਾਏ, ਫੁਆਰੇ ਲਾਏ ਛੋਟੇ ਛੋਟੇ, ਅਤੇ ਗ੍ਰੀਨ ਬੈਡਾਂ ਬਣਾਈਆਂ। ਉਹਦੇ ਆਲੇ ਦੁਆਲੇ ਜਿਹੜੀ ਹਰਿਆਲੀ ਕੀਤੀ, ਉਹ ਵਾਕਈ ਜਿਹੜਾ ਉੱਤੋਂ ਦੇ ਇਲਾਕੇ ਦੇ ਲੋਕਾਂ ਨੇ ਬਹੁਤ ਹੀ ਉਸ ਨੂੰ ਵਰਦਾਨ ਸਮਝਿਆ ਸੀ, ਕਿਉਂਕਿ ਉਹ ਬਹੁਤ ਸੰਘਣੀ ਬਸੋਂ ਵਾਲਾ ਇਲਾਕਾ ਸੀ। ਆਲੇ ਦੁਆਲੇ ਕਿਤੇ ਹਰਿਆਲੀ ਨਹੀਂ ਸੀ, ਕਿਤੇ ਕੋਈ ਚੰਗਾ ਪਾਰਕ ਨਹੀਂ ਸੀਗਾ। ਅਤੇ ਉਹਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਦਾ ਵੀ ਮੈਂ ਜਦੋਂ ਉਹ ਪਾਰਕ ਦੀ ਬਣਤਰ ਹੁੰਦੀ ਸੀ ਤਾਂ ਮੈਂ ਉੱਥੇ ਦੌਰਾ ਕਰਦਾ ਸੀ, ਅਤੇ ਮੇਰੇ ਨਾਲ ਮੇਰੇ ਇੱਕ JE ਸੀਗੇ, ਇੱਕ ਸੁਪਰਵਾਈਜ਼ਰ ਸੀਗੇ। ਮੈਨੂੰ ਬਹੁਤ ਆਨੰਦ ਆਇਆ ਜਦੋਂ ਇੱਕ ਬਜ਼ੁਰਗ ਮਾਤਾ ਉਹ ਆਪਣੀ ਕੁੰਡੀ ਲੈ ਕੇ ਤੁਰਦੀ ਆਉਂਦੀ ਸੀ, ਅਤੇ ਉਹਨਾਂ ਦਾ ਇਹ ਕਹਿਣਾ ਸੀ, ਕਹਿੰਦੀ ਭਲਾ ਹੋਵੇ ਜਿਨ੍ਹਾਂ ਨੇ ਆਹ ਬਣਾਇਆ। ਹੁਣ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅਸੀਂ ਨਾਲ ਹੀ ਤੁਰੇ ਜਾਂਦੇ, ਪਰ ਸਾਨੂੰ ਉਹ ਮਾਤਾ ਦੇ ਜਿਹੜੇ ਲਫ਼ਜ਼ ਸੀ ਜਦੋਂ ਉਹ ਕੰਨਾਂ 'ਚ ਪਏ, ਅਤੇ ਉਹ ਬਹੁਤ ਵਧੀਆ ਲੱਗਾ ਵੀ
ਇਹ ਹੁੰਦੀ ਹੈ ਜਿਹੜੀ ਤੁਹਾਡੇ ਕੀਤੇ ਹੋਏ ਕੰਮ ਦੀ ਇਕੱਲੀ ਪ੍ਰਸ਼ੰਸਾ ਨਹੀਂ, ਉਸ ਦੀ ਲੋੜ ਕਿੰਨੀ ਸੀ ਲੋਕਾਂ ਨੂੰ, ਕਿੰਨੀ ਜ਼ਰੂਰਤ ਸੀ, ਨਹੀਂ ਤਾਂ ਉਸ ਤੋਂ ਬਿਨਾਂ ਲੋਕਾਂ ਲਈ ਕਿਤੇ ਸੈਰ ਕਰਨ ਵਾਲੀ ਜਗ੍ਹਾ ਨਹੀਂ ਸੀਗੀ। ਸੋ ਇਹ ਜਿਹੜਾ ਸੀਗਾ ਕੰਮ ਲੁਧਿਆਣੇ ਦਾ ਕੀਤਾ। ਅਤੇ ਸਭ ਤੋਂ ਵੱਧ ਜਿਹੜੀ ਪ੍ਰਾਪਤੀ ਵਧੀਆ ਸੀ ਮੇਰੀ, ਉਹ ਬੂਟਿਆਂ ਦੀ ਜਿਹੜੀ ਸਕਸੈਸ ਰੇਟ ਅਸੀਂ ਕਹਿੰਦੇ ਹਾਂ, ਸਫਲਤਾ ਕਿੰਨੀ ਹੋਈ, 95% ਤੋਂ ਲੈ ਕੇ 98% ਤੱਕ ਜਿਹੜੇ ਅਸੀਂ ਬੂਟੇ ਲਾਏ ਉਹਦੇ ਵਿੱਚੋਂ ਬਚੇ ਸੀਗੇ। ਅਤੇ ਫਿਰ ਜਦੋਂ ਅਸੀਂ ਇੱਕ ਨਵਾਂ ਕੰਮ ਉੱਤੇ ਹੋਰ ਵੀ ਸ਼ੁਰੂ ਕੀਤਾ ਸੀ, ਜਦੋਂ ਮੈਂ ਜੁਆਇਨ ਕੀਤਾ, ਅਸੀਂ ਬੂਟੇ ਲਾਉਣੇ ਸ਼ੁਰੂ ਕਰਨੇ ਸੀਗੇ, ਅਤੇ ਡਾਕਟਰ ਸੁਖਵੀਰ ਸਿੰਘ ਜੀ ਸੰਧੂ ਮੈਨੂੰ ਕਹਿੰਦੇ, ਕਮਿਸ਼ਨਰ ਸਾਹਿਬ, ਬਿਲਕੁਲ ਬੂਟਿਆਂ ਦੀ ਕੈਜੂਅਲਟੀ ਬਹੁਤ ਹੁੰਦੀ ਆ, ਬੂਟੇ ਮਰ ਜਾਂਦੇ ਬਹੁਤ ਸਾਰੇ। ਮੈਂ ਕਿਹਾ ਸਰ, ਅਸੀਂ ਗਿੱਠਕ ਦਾ ਬੂਟਾ ਲਾ ਦਿੰਦੇ, ਅਤੇ ਜਿੰਨੀ ਲੁਧਿਆਣੇ ਦੇ ਵਿੱਚ ਗਰਮੀ ਹੈ, ਪੋਲਿਊਸ਼ਨ ਹੈ, ਧੂੰਆਂ ਹੈ, ਉਹਦੇ ਨਾਲ ਬੂਟੇ ਕੀ, ਮੈਂ ਕਿਹਾ ਜੀ ਉੱਥੇ ਬੰਦੇ ਨੂੰ 2 ਘੰਟੇ ਖੜ੍ਹਾ ਕਰ ਦਈਏ ਤਾਂ ਉਹ ਵੀ ਮਰਝਾ ਕੇ ਡਿੱਗ ਪਊਗਾ। ਕਹਿੰਦੇ ਉਹਦਾ ਹੱਲ ਕੀ ਆ? ਫਿਰ ਮੈਂ ਕਿਹਾ ਜੀ ਹੱਲ ਉਹਦਾ ਹੈ ਵੀ ਅਸੀਂ ਵੱਡੇ ਬੂਟੇ ਲਾਈਏ। ਕਹਿੰਦੇ ਕਿੱਡੇ ਕਿੱਡੇ ਵੱਡੇ ਹੋ ਜਾਣਗੇ? ਮੈਂ ਕਿਹਾ ਜੀ 8 ਫੁੱਟ 9 ਫੁੱਟ 10 ਫੁੱਟ ਤੱਕ ਬੂਟੇ। ਅਤੇ ਮੈਨੂੰ ਕਹਿੰਦੇ ਮਿਲ ਜਾਣਗੇ। ਮੈਂ ਕਿਹਾ ਜੀ ਬੂਟੇ ਮਿਲ ਜਾਣਗੇ, ਹੁਣ ਤਾਂ ਸਾਰੇ ਪੋਲੀਥੀਨ ਦੇ ਬੈਗ ਦੇ ਵਿੱਚ ਮਿਲ ਜਾਂਦੇ ਨੇ, ਪਲਾਸਟਿਕ ਦੇ ਲਿਫਾਫਿਆਂ 'ਚ ਬੂਟੇ ਮਿਲ ਜਾਂਦੇ ਨੇ, ਅਸੀਂ ਉਹਨੂੰ ਲਾਈਏ। ਅਤੇ ਫਿਰ ਉਹਨਾਂ ਨੇ ਇੱਕ ਸਪੈਸ਼ਲ ਜਿਹੜੀ ਸੀ ਪਰਚੇਜ਼ ਕਮੇਟੀ ਬਣਾਈ, ਜਿਹਦੇ ਵਿੱਚ ਅਸੀਂ ਵੱਡੇ ਵੱਡੇ ਬੂਟੇ ਲਏ, ਜਿਹਦੇ 'ਚ ਬਹੁਤ ਅੱਛੀਆਂ ਅੱਛੀਆਂ ਵੈਰਾਈਟੀਆਂ ਸੀਗੀਆਂ। ਉਹ ਸਾਨੂੰ 3-4 ਜਗ੍ਹਾ ਤੋਂ ਨਰਸਰੀਆਂ ਮਿਲੀਆਂ, ਕੁਝ ਨਵੀਂ ਦਿੱਲੀ ਤੋਂ ਮਿਲੇ ਸੀਗੇ, ਕੁਝ ਕਰਨਾਲ ਤੋਂ ਮਿਲੇ, ਕੁਝ ਲੁਧਿਆਣੇ ਦੇ ਸੀਗੇ, ਇੱਕ ਚੰਡੀਗੜ੍ਹ ਤੋਂ ਕੰਪਨੀ ਸੀਗੀ। ਸਾਨੂੰ 4 ਕੰਪਨੀਆਂ ਤੋਂ ਜਿਹੜਾ ਅਸੀਂ ਸੀਗਾ ਉਹ ਤਕਰੀਬਨ 60,000 ਦੇ ਲਾਗੇ 65,000 ਦੇ ਲਾਗੇ ਬੂਟੇ ਅਸੀਂ ਉਹ ਖਰੀਦੇ ਸੀਗੇ ਪਹਿਲੇ ਸਾਲ। ਉਸ ਤੋਂ ਬਾਅਦ ਫਿਰ ਲੋੜਾਂ ਮੁਤਾਬਕ ਬਾਅਦ 'ਚ ਵੀ ਲੈਂਦੇ ਰਹੇ। ਅਤੇ ਉਹ ਜਦੋਂ ਅਸੀਂ ਵੱਡੇ ਵੱਡੇ ਬੂਟੇ ਲਾਉਣੇ ਸ਼ੁਰੂ ਹੋਏ ਤਾਂ ਮੈਨੂੰ ਫਿਰ ਸਰੋਤਿਆਂ ਨਾਲ ਇਹ ਗੱਲ ਸਾਂਝ ਕਰਕੇ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਬੂਟੇ ਤਾਂ ਅਸੀਂ ਲੁਧਿਆਣੇ 'ਚ ਲਾਉਂਦੇ ਸੀਗੇ। ਇੱਕ ਬਹੁਤ ਪੁਰਾਣਾ ਗਾਣਾ ਸੀਗਾ ਵੀ ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ, ਪਰ ਜਿਹੜੀ ਸਾਡੇ ਬੂਟਿਆਂ ਦੀ ਧਮਕ ਸੀਗੀ ਉਹ ਤਾਂ ਬਹੁਤ ਦੂਰ ਤੱਕ ਪਈ। ਨਾਗਪੁਰ ਮਹਾਰਾਸ਼ਟਰ ਦਾ ਸ਼ਹਿਰ ਬਹੁਤ ਵੱਡਾ ਇੱਕ ਮੈਟਰੋਪੋਲੀਟਨ ਹੈ, ਜਿੱਥੋਂ ਦੇ ਕਮਿਸ਼ਨਰ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਡਾਕਟਰ ਬਿਲਗਾ। ਮੈਂ ਕਿਹਾ ਜੀ, ਕਹਿੰਦੇ ਮੈਂ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਨਾਗਪੁਰ ਬੋਲ ਰਿਹਾ। ਮੈਂ ਕਿਹਾ ਗੁੱਡ ਈਵਨਿੰਗ ਸਰ। ਅਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਬਹੁਤ ਜ਼ਿਆਦਾ ਬੂਟੇ ਲੁਧਿਆਣੇ ਦੇ ਵਿੱਚ ਲਗਾ ਰਹੇ। ਮੈਂ ਕਿਹਾ ਜੀ ਬਹੁਤ ਜ਼ਿਆਦਾ ਲਗਾ ਰਹੇ ਹਾਂ। ਕਹਿੰਦੇ ਕੁਝ ਵੱਡੇ ਵੱਡੇ ਪੇੜ ਵੀ ਲਗਾ ਰਹੇ। ਮੈਂ ਕਿਹਾ ਜੀ ਵੱਡੇ ਵੱਡੇ ਵੀ ਲਗਾ ਰਹੇ हैं। ਕਹਿੰਦੇ कितने बड़े? मैं कहा जी 10 फुट तक रह गया। तो वो मैंने कहते जी हमारे बागबानी वाले तो बोलते हैं जी 10 फुट का जो पेड़ है वो चलता ही नहीं। मैं कहा जी वो आप बिल्कुल ठीक कह रहे हैं। मैं कहा जी 10 फुट का 9 फुट का पेड़ हम लगाते, वो पेड़ नहीं चलता, पेड़ तो एक ही जगह खड़ा होता है, हम उसके अगल बगल में चलते हैं तब पेड़ ऊपर को चलता है। वो बड़े खुश होए गल सुन के। तो अगले दिन मैनू गंटूर आंध्रा प्रदेश के उत्थे भी म्यूनसिपल कॉरपोरेशन के कमिश्नर साहब का फोन सेम गल के उत्ते सेम टॉपिक के उत्ते सेम टोन के होया। तो मैं उन्होंने फिर सेम जवाब दिता। तो मैं कहा जी तुसीं अपने जिहड़े तुहाडे हॉर्टिकल्चर के एक्सपर्ट है उन्होंने लुधियाने भेजो, तो असीं उन्होंने बूटे लगते भी दिखावांगे तो बूटे जिहड़े पड़े हुए वो भी दिखावांगे। ये बहुत चंगी तरह फिर खुशी हुई इस चीज़ की भी कित्थों तक साडा मैसेज लुधियाने पहुँच गया। फिर लुधियाने के लोगों भी शायद कुछ नहीं हुंदा, बाकी तां लोकी चलो सुन लैंदे आ। ਜਦੋਂ ਅਸੀਂ ਸਮਰਾਲਾ ਚੌਂਕ ਦੇ ਵਿੱਚ ਬੂਟੇ ਲਾਉਂਦੇ ਤਾਂ ਮੈਨੂੰ ਸ਼ਾਮ ਨੂੰ ਸੁਪਰਵਾਈਜ਼ਰ ਸਾਡੇ ਗੁਰਮੁਖ ਸਿੰਘ ਸੀ ਉਸ ਇਲਾਕੇ ਦੇ, ਉਹਨਾਂ ਨੇ ਆ ਕੇ ਦੱਸਿਆ, ਕਹਿੰਦੇ ਡਾਕਟਰ ਸਾਹਿਬ ਅੱਜ ਤਾਂ ਬੜੀ ਇੱਕ ਨਵੀਂ ਗੱਲ ਹੋਈ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਲੋਕੀ ਨਾ ਜੀ ਬੂਟਿਆਂ ਨੂੰ ਹੱਥ ਲਾ ਦੇਖਦੇ ਸੀਗੇ ਵੀ ਅਸਲੀ ਆ ਕਿ ਨਕਲੀ ਲਾਈ ਜਾਂਦੇ ਆ। ਤਾਂ ਮੈਂ ਕਿਹਾ ਤੂੰ ਕੀ ਕਿਹਾ? ਮੈਂ ਕਹਿੰਦਾ ਜੀ ਉਹਨਾਂ ਨੂੰ ਆਖਿਆ ਭਾਈ ਤੁਸੀਂ ਬੂਟੇ ਨੂੰ ਹੱਥ ਲਾਓ, ਉਹਦੀਆਂ ਤਣੇ ਨੂੰ ਹੱਥ ਲਾਓ ਅਤੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਇਹ ਜਿਹੜਾ ਬੂਟਾ ਉਹ ਅਸਲੀ ਹੈ। तो इस तरह साढ़े सुपरवाइजर उत्थे मिस्टर हरविंदर सिंह गरेवाल उदों इंचार्ज होंदे सीगे रख बाग दे, पर उस लड़के नूं भी इन्ना शौक सीगा भी बहुत मेहनत उसने की। जिहड़े पासे मैनूं लगदा हुंदा सीगा भी शहर दे विच काम थोड़ा हौली हो गया जां घट हो रहा, तो मैं उस नूं जिद्दां गड्डे दे मोहरे उस वेले बींडी लाउंदे हुंदे सीगे तो मैं हरविंदर सिंह गरेवाल नूं उत्थे भेज दिंदा सीगा ते वो काम नूं काबू कर लैंदा सीगा। तो उस वेले 3-4 सुपरवाइजर होर भी बड़े मेहनती सीगे। एक सुरेंद्र कुमार शर्मा सीगे, रजिंदर कुमार बाली सीगे, महेंद्र कुमार सीगे, तो एक दो होर भी सीगे, एक जरनैल सिंह सीगे, जिन्हां ने बहुत उस टीम ने काम मेरे नाल सहयोग किया। बहुत ज़्यादा बूटे लाए असीं। ते जिहड़े जेई सन उस वेले एक सुखदेव सिंह चौहान सीगे, बड़ी मेहनत उन्होंने मुंडे ने की। नाल गरेवाल सी जेई हॉर्टिकल्चर, उन्होंने बहुत मेहनत की। इस टीम के नाल मैं सारा लुधियाना जिहड़ा सीगा वो ग्रीन किया। जदों दूसरे साल फिर असीं 62,000 बूटा लाया, तीसरे साल 72,000 बूटा लाया, तो इस तरह कर करा के टोटल जिहड़ा सीगा असीं 1,86,000 बूटे लुधियाने च लाए। तो एक उत्थे फिर मैनूं सैमीनार दे विच सद्दा पत्र आया गवर्नमेंट कॉलेज फॉर बॉयज़ दे विच आई 5 जून नूं जिहड़ा हुण आउणा है वातावरण दिवस सीगा बढ़दा, तो मैनूं जिला प्रशासन वालों सद्दा आया भी तुसीं भी उत्थे कुछ बोलना। तो मेरे तो पहलां बहुत सीनियर अफसर जिहड़े जंगलात महकमे दे वो बोले
ਫਿਰ ਯੂਨੀਵਰਸਿਟੀ ਤੋਂ ਇੱਕ ਪ੍ਰੋਫੈਸਰ ਸਾਹਿਬ ਆਏ ਹੋਏ ਸੀ PHU ਲੁਧਿਆਣੇ ਦੇ, ਉਹ ਬੋਲੇ। ਤੀਸਰੇ ਨੰਬਰ 'ਤੇ ਮੇਰਾ ਨਾਮ ਬੋਲਿਆ ਗਿਆ। ਅਤੇ ਜਦੋਂ ਮੇਰਾ ਨਾਮ ਬੋਲਿਆ ਤਾਂ ਮੈਂ ਬੜੇ ਸ਼ਾਰਟਕਟ ਤਰੀਕੇ ਦੇ ਨਾਲ ਤਿਆਰੀ ਕਰਕੇ ਗਿਆ ਸੀਗਾ। ਮੈਂ ਕਿਹਾ ਜੀ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਊਂਗਾ ਜੇ ਤੁਸੀਂ ਸ਼ਹਿਰ 'ਚ ਬੂਟੇ ਨਾ ਲਾਓਗੇ ਤਾਂ, ਜਾਂ ਇਹ ਕਹ ਲਓ ਵੀ ਤੁਸੀਂ ਸ਼ਹਿਰ 'ਚ ਬੂਟੇ ਨਹੀਂ ਲਾਉਣੇ। ਅਤੇ ਲੋਕ ਮੇਰੇ ਵੱਲ ਦੇਖਣ ਵੀ ਇਹਨੇ ਹੋਰ ਕੀ ਕਹਿਣਾ। ਅਤੇ ਮੈਂ ਕਿਹਾ ਜੀ 2 ਵਾਰੀ ਹੱਥ ਜੋੜ ਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ, ਤੁਸੀਂ ਬਿਲਕੁਲ ਨਹੀਂ, ਖਬਰਦਾਰ ਜੇ ਬੂਟੇ ਲਾਏ ਤਾਂ। ਜਦ ਨੂੰ ਪਿੱਛੋਂ ਸਟੇਜ ਤੋਂ ਆਵਾਜ਼ ਆ ਗਈ ਵੀ ਬਿਲਗਾ ਜੀ ਹੋਰ ਕੀ ਕਹਿਣਾ। ਅਤੇ ਮੈਂ ਕਿਹਾ ਜੀ ਮੈਂ ਹੁਣ 3 ਵਾਰੀ ਹੱਥ ਜੋੜ ਕੇ ਕਹੂੰਗਾ ਵੀ ਜਿਹੜੇ ਬੂਟੇ ਸਰਕਾਰੀ ਮਹਿਕਮਿਆਂ ਵੱਲੋਂ ਲਾਏ ਜਾਂਦੇ ਆ, ਤੁਸੀਂ ਜੇ ਉਹਨਾਂ ਦੀ ਦੇਖਭਾਲ ਕਰ ਲਓ ਤਾਂ ਲੁਧਿਆਣੇ ਦੇ ਵਿੱਚ ਕਿਤੇ ਵੀ ਬੂਟਾ ਲਾਉਣ ਦੀ ਜਗ੍ਹਾ ਬਚਣੀ ਹੋਈ ਨਹੀਂ ਹੈ। ਉਹਦੇ ਵਿੱਚ ਫਿਰ ਮੈਂ ਦੱਸਿਆ, ਮੈਂ ਕਿਹਾ ਜੀ 52,000 ਬੂਟਾ ਤਾਂ ਅਸੀਂ ਲਾਉਣਾ ਨਗਰ ਨਿਗਮ ਵੱਲੋਂ, ਵੱਖਰੇ ਵੱਖਰੇ ਪਾਰਕਾਂ 'ਚ, ਗ੍ਰੀਨ ਬੈਲਟਾਂ 'ਚ, ਚੌਂਕਾਂ ਦੇ ਵਿੱਚ। ਅਤੇ 12,000 ਬੂਟਾ ਮੈਂ ਕਿਹਾ ਇੰਪਰੂਵਮੈਂਟ ਟਰਸਟ ਨੇ ਲਾਉਣਾ, 6,000 ਬੂਟਾ ਪੁੱਡਾ ਵਾਲਿਆਂ ਵੱਲੋਂ ਲਾਉਣਾ। ਮੈਂ ਕਿਹਾ 1,26,000 ਬੂਟਾ, 1.25 ਲੱਖ ਬੂਟਾ ਜੰਗਲਾਤ ਮਹਿਕਮਾ ਜਿਹੜਾ ਪੰਜਾਬ ਗੌਰਮੈਂਟ ਦਾ ਬਹੁਤ ਵੱਡਾ ਮਹਿਕਮਾ, ਉਹਨਾਂ ਨੇ ਲਾਉਣਾ। ਮੈਂ ਕਿਹਾ 2 ਲੱਖ ਤੋਂ ਵੱਧ ਬੂਟੇ ਹੋ ਜਾਣੇ ਇਹ। ਅਤੇ ਜੇ ਮੈਂ ਕਿਹਾ ਸ਼ਹਿਰ ਦੇ ਵਿੱਚ 2 ਲੱਖ ਬੂਟੇ ਲੱਗ ਜਾਣ ਲੁਧਿਆਣੇ ਦੇ ਵਿੱਚ, ਅਤੇ ਆਪਾਂ ਉਹਨਾਂ ਨੂੰ ਪਾਲ ਲਈਏ, ਤਾਂ ਮੈਂ ਕਿਹਾ ਤੁਹਾਡੇ ਲਾਉਣ ਦੀ ਜਗ੍ਹਾ ਹੀ ਨਹੀਂ ਬਚਣੀ ਕਿਤੇ ਵੀ। ਅਤੇ ਤੁਸੀਂ ਮੈਂ ਕਿਹਾ ਕਿਰਪਾ ਇਹ ਕਰਿਓ ਕਿ ਉਹ ਬੂਟਿਆਂ ਨੂੰ ਤੋੜਨ ਤੋਂ ਬਚਾਇਓ, ਤੁਹਾਡਾ ਭਲਾ ਹੋਊਗਾ ਜੇ ਤੁਸੀਂ ਬੂਟਿਆਂ ਨੂੰ ਗੜਬੀ ਪਾਣੀ ਦੀ ਪਾ ਦਿਓਗੇ, ਤਾਂ ਕਿ ਬੂਟਿਆਂ ਦੀ ਜਿਹੜੀ ਹੈਗੀ ਆ ਬਚਤ ਹੋ ਜਾਏ, ਬੂਟਿਆਂ ਦਾ ਸਕਸੈਸ ਰੇਟ ਸਾਡਾ ਵਧੀਆ ਹੋ ਜਾਏ, ਅਤੇ ਤਾਂ ਕਿ ਜਿਹੜੀ ਹਰਿਆਲੀ ਲੁਧਿਆਣੇ ਦੀ ਆ ਉਹ ਬਹੁਤ ਖੂਬਸੂਰਤ ਬਣ ਜਾਏ। ਅਤੇ ਇਸੇ ਸਮੇਂ ਦੇ ਦੌਰਾਨ ਅਸੀਂ ਲੁਧਿਆਣੇ ਦੇ ਵਿੱਚ 5 ਫਲਾਵਰ ਸ਼ੋਅ ਵੀ ਕਰਵਾਏ, ਜਿਹਦੇ ਵਿੱਚ ਗਲਦੌਦੀਆਂ ਦਾ ਸ਼ੋਅ ਸੀਗਾ, ਫਿਰ ਸਪਰਿੰਗ ਫਲਾਵਰ ਸ਼ੋਅ ਸੀਗਾ, ਰੋਜ਼ ਗਾਰਡਨ ਦੇ ਵਿੱਚ ਕਰਾਏ, ਜਿਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਉਤਸ਼ਾਹ ਮਿਲਦਾ ਸੀਗਾ। ਫਲਾਵਰ ਸ਼ੋਅ ਜਿਹੜੇ ਸੀਗੇ ਉਹ ਮੇਰੇ ਜਾਣ ਤੋਂ ਪਹਿਲਾਂ ਸ਼ੁਰੂ ਕਰਵਾਏ ਗਏ ਸੀਗੇ 2 ਸਾਲ, ਅਤੇ ਪਰ ਉਸ ਨੂੰ ਅਸੀਂ ਜਾਰੀ ਰੱਖਦੇ ਹਾਂ ਜਿਹੜਾ ਸੀਗਾ ਉਹ ਫਿਰ ਫਲਾਵਰ ਸ਼ੋਅ ਦਾ ਮੇਲਾ ਰੱਖਦੇ ਰਹੇ, ਤਾਂ ਕਿ ਲੋਕਾਂ ਨੂੰ ਜਿਹੜਾ ਸ਼ੌਂਕ ਪਾਇਆ ਹੋਇਆ ਉਹ ਚੱਲਦਾ ਰਹੇ। ਅਤੇ ਉਸ ਫਲਾਵਰ ਸ਼ੋਅ ਦੇ ਨਾਲ ਅਸੀਂ ਫਿਰ ਜਿਹੜੇ ਸੀ ਸੈਮੀਨਾਰ ਵੀ 3 ਸੈਮੀਨਾਰ ਕਰਵਾਏ, ਵੱਖਰੇ ਵੱਖਰੇ ਮੌਸਮ ਦੇ ਹਿਸਾਬ ਨਾਲ, ਬੂਟੇ ਲਾਉਣ ਦੇ ਹਿਸਾਬ ਨਾਲ। ਸੋ ਇਸ ਤਰ੍ਹਾਂ ਰਲ ਮਿਲ ਕੇ ਜੇ ਮੈਂ ਕਹਾਂ ਤਾਂ ਲੁਧਿਆਣੇ, ਜਿੰਨਾ ਕੁ ਮੈਂ ਲੁਧਿਆਣੇ ਤੋਂ ਪੜ੍ਹਾਈ ਕੀਤੀ ਸੀਗੀ, ਉੱਥੇ ਚਾਹੇ ਪਹਿਲਾਂ ਪੜ੍ਹਾਈ ਕੀਤੀ ਫਿਰ ਮੈਂ ਪੜ੍ਹਾਈ ਕਰਵਾਈ, ਉਹ 10 ਸਾਲਾਂ ਦਾ ਕੰਮ ਜਿੰਨਾ ਵੀ ਸੀਗਾ, ਮੈਨੂੰ ਇੰਨੀ ਕੁਛ ਪ੍ਰੋਫੈਸ਼ਨਲ ਸੈਟਿਸਫੈਕਸ਼ਨ ਮਿਲੀ ਕੰਮ ਕਰਕੇ, ਇੰਨੀ ਕੁ ਤਸੱਲੀ ਹੋਈ ਕੰਮ ਦੀ ਵੀ ਬਹੁਤ ਜ਼ਿਆਦਾ ਹੋਈ। ਜਿੰਨਾ ਇੰਡਸਟਰੀ ਏਰੀਆ ਸੀ ਉੱਥੇ ਵੀ ਬੂਟੇ ਲਾਏ, ਸੜਕਾਂ 'ਤੇ ਵੀ ਲਾਏ, ਪਾਰਕਾਂ 'ਚ ਵੀ ਲਾਏ। ਸੋ ਇਹਦੇ ਨਾਲ ਕਾਫੀ ਚੰਗਾ ਜਿਹੜਾ ਸੀਗਾ ਉਹ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਿਆਦਾ ਮਿਲਿਆ। ਕਈ ਵਾਰੀ ਲੋਕ ਕਹਿੰਦੇ ਜੀ ਲੋਕੀ ਤਾਂ ਸਾਥ ਹੀ ਨਹੀਂ ਦਿੰਦੇ, ਸਰਕਾਰ ਕੰਮ ਬਹੁਤ ਕਰਦੀ, ਪਰ ਮੈਂ ਇਸ ਦੇ ਉਲਟ ਸੋਚ ਰੱਖਦਾ। ਔਰ ਮੇਰਾ ਤਜਰਬਾ ਜੋ ਸੀਗਾ ਉਹ ਇਹ ਹੋਇਆ, ਜੇ ਅਸੀਂ 467 ਮਹੱਲਾ ਸੁਧਾਰ ਪਾਰਕਾਂ ਤਿਆਰ ਕੀਤੀਆਂ, ਅਤੇ ਇੱਕ ਕਮੇਟੀ ਦੇ ਵਿੱਚ ਜੇ 10 ਬੰਦੇ ਵੀ ਹੋਣਗੇ ਤਾਂ ਉਹਦੇ ਹਿਸਾਬ ਨਾਲ 4670 ਲੁਧਿਆਣਾ ਸ਼ਹਿਰ ਦੇ ਨਿਵਾਸੀ ਸਾਡੇ ਨਾਲ ਜੁੜੇ। ਅਤੇ ਇਸੇ ਤਰ੍ਹਾਂ ਜੇ ਚੌਂਕਾਂ ਦੀ ਖੂਬਸੂਰਤੀ ਤਾਂ ਉਹ ਇੰਡਸਟਰੀਅਲਿਸਟ ਜਿੰਨੇ ਸਨਅਤਕਾਰ ਸੀ ਉਹ ਜੁੜੇ, ਸੜਕਾਂ ਦੀ ਖੂਬਸੂਰਤੀ ਲਈ ਉਹ ਵੀ ਸਨਅਤਕਾਰ ਜੁੜੇ, ਉਹਨਾਂ ਨੇ ਆਪਣੇ ਕੋਲੋਂ ਖਰਚਾ ਕੀਤਾ। ਸੋ ਰਲ ਮਿਲਾ ਕੇ ਮੈਨੂੰ ਬਹੁਤ ਤਸੱਲੀ ਹੋਈ। ਇਸ ਕਰਕੇ ਮੈਂ ਲੁਧਿਆਣੇ ਨਿਵਾਸੀਆਂ ਦਾ ਵੀ ਬਹੁਤ ਧੰਨਵਾਦੀ ਹਾਂ, ਅਤੇ ਖਾਸ ਕਰਕੇ ਉਸ ਵੇਲੇ ਦੇ ਮੇਅਰ ਸਾਹਿਬ ਸਰਦਾਰ ਰੁਪਿੰਦਰ ਸਿੰਘ ਜੀ ਗਰੇਵਾਲ ਅਤੇ ਕਮਿਸ਼ਨਰ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਬੀਰ ਸਿੰਘ ਜੀ ਸੰਧੂ IAS, ਜਿਨ੍ਹਾਂ ਨੇ ਮੈਨੂੰ ਇਹ ਕੰਮ ਕਰਨ ਦਾ ਮੌਕਾ ਦਿੱਤਾ ਉੱਥੇ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਦਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਅਤੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾਓ।